प्यारे दर्शकों, आप सबना ਦਾ ਮੇਰੇ YouTube ਚੈਨਲ ਈਕੋਸਿਸਟਮ ਵਿਦ ਡਾਕਟਰ ਜਗਤਾਰ ਧੀਮਾਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਆਪਾਂ ਅੱਜ ਇਸ ਐਪੀਸੋਡ ਦੇ ਵਿੱਚ ਜਿਸ ਵਿਸ਼ੇ ਦਾ ਜ਼ਿਕਰ ਕਰਾਂਗੇ ਉਹ ਹੈ ਕਿ ਐਵਰੀਥਿੰਗ ਇਜ਼ ਰਿਲੇਟਡ ਟੂ ਐਵਰੀਥਿੰਗ ਐਲਸ ਇਨ ਈਕੋਸਿਸਟਮਸ, ਕਿ ਈਕੋਸਿਸਟਮ ਦੇ ਵਿੱਚ ਜਿਹੜੇ ਵੀ ਉਹਦੇ ਸੈਗਮੈਂਟ ਹੈਗੇ ਆ, ਜਿਹੜੇ ਵੀ ਉਹਦੇ ਕੰਸਟੀਚੂਐਂਟਸ ਹੈਗੇ ਆ, ਉਹ ਇੱਕ ਦੂਸਰੇ ਦੇ ਨਾਲ ਰਿਲੇਟਡ ਹੈ, ਉਹ ਦੂਸਰੇ ਨਾਲ ਇੰਟਰੈਕਟ ਕਰਦੇ ਆ ਔਰ ਇੱਕ ਈਕੋਸਿਸਟਮ ਜਿਹੜਾ ਹੈ ਬਹੁਤ ਅੱਛੀ ਤਰ੍ਹਾਂ ਦੇ ਨਾਲ ਵੈਲ ਆਰਗੇਨਾਈਜ਼ਡ ਹੈ। ਜੇ ਆਪਾਂ ਨੈਚੁਰਲ ਈਕੋਸਿਸਟਮ ਦੀ ਗੱਲ ਕਰੀਏ ਤਾਂ ਇਹ ਇੱਕ ਪੂਰੀ ਤਰ੍ਹਾਂ ਦੇ ਨਾਲ ਆਰਗੇਨਾਈਜ਼ਡ ਹੈ ਔਰ ਇਹਦੇ ਖਾਸ ਗੁਣ ਹਨ। ਗੁਣ ਕੀ ਹੈ ਕਿ ਇੰਟਰਕਨੈਕਟਿਵਿਟੀ ਤੇ ਇੰਟਰਡਿਪੈਂਡੈਂਸ, ਯਾਨੀ ਕਿ ਇਹਦੇ ਜਿਹੜੇ ਆਪਣੇ ਸੈਗਮੈਂਟ ਆ ਉਹ ਆਪਸ 'ਚ ਜੁੜੇ ਹੋਏ ਆ ਔਰ ਇੱਕ ਦੂਸਰੇ ਦੇ ਉੱਤੇ ਉਹ ਨਿਰਭਰ ਕਰਦੇ ਆ। ਦੂਸਰਾ ਹੈ ਕਿ ਪ੍ਰੋਪਰ ਆਰਗੇਨਾਈਜੇਸ਼ਨ ਹੈ, ਪੂਰੀ ਲੜੀਬੱਧਤਾ ਹੈ ਇਸ ਦੇ ਵਿੱਚ ਔਰ ਰੈਗੂਲੈਰਿਟੀ ਤੇ ਕੰਟਰੋਲ ਹੈ ਔਰ ਪੂਰੇ ਨਿਯਮਤ ਤਰੀਕੇ ਦੇ ਨਾਲ ਉਹ ਇੰਟਰੈਕਟ ਕਰਦੇ ਆ ਔਰ ਉਹ ਚੱਲਦੇ ਆ। ਨੈਚੁਰਲ ਇਨਸਟਿੰਕਟ ਹੈਗੀ ਆ ਈਕੋਸਿਸਟਮ ਦੇ ਵਿੱਚ ਕਿ ਉਹਨਾਂ ਦੇ ਵਿੱਚ ਸੰਚਾਲਨ ਦੀ ਜਿਹੜੀ ਇੱਕ ਹਾਜਤ ਹੈ, ਉਹਨਾਂ ਦਾ ਦਿਲ ਕਰਦਾ, ਉਹਨਾਂ ਦੀ ਇੱਕ ਤਮੰਨਾ ਆ ਕਿ ਅਸੀਂ ਆਪਣੇ ਆਪ ਨੂੰ ਸੰਚਾਲਿਤ ਕਰੀਏ ਔਰ ਡਾਇਨਾਮਿਜ਼ਮ ਹੈ ਤੇ ਐਡਜਸਟਮੈਂਟ ਹੈ, ਗਤੀਸ਼ੀਲਤਾ ਆ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਉਹ ਵਿਵਸਥਿਤ ਕਰ ਦਿੰਦੇ ਆ। ਜਿਹੜਾ ਨੈਚੁਰਲ ਈਕੋਸਿਸਟਮ ਹੈਗਾ ਉਸ ਨੂੰ ਆਰਗੇਨਾਈਜ਼ਿੰਗ ਪ੍ਰਿੰਸੀਪਲਸ ਦੇ ਹਿਸਾਬ ਦੇ ਨਾਲ ਔਰ ਕੁਝ ਰੂਲਸ ਜਿਹੜੇ ਫੋਲੋ ਕੀਤੇ ਜਾਂਦੇ ਆ ਉਹਨਾਂ ਦੇ ਹਿਸਾਬ ਨਾਲ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ। ਕਿ ਆਪਾਂ ਈਕੋਸਿਸਟਮ ਨੂੰ ਸਮਝਦਿਆਂ ਹੋਇਆਂ ਇਹ ਦੇਖੀਏ ਕਿ ਇਸ ਦੇ ਵਿੱਚ ਪੌਦੇ ਵੀ ਹੈਗੇ ਆ, ਜਾਨਵਰ ਵੀ ਹੈਗੇ ਆ, ਸੂਖਮ ਜੀਵੀ ਵੀ ਹੈਗੇ ਆ, ਜਿਹੜੇ ਆਪਸ ਦੇ ਵਿੱਚ ਉਹ ਇੰਟਰੈਕਟ ਕਰਦੇ ਆ ਤੇ ਆਪਣੇ ਆਪ ਨੂੰ ਐਡਜਸਟ ਕਰਕੇ ਇੱਕ ਰੂਪ ਧਾਰਨ ਕਰ ਲੈਂਦੇ ਆ। ਤੇ ਇਹ ਜਿਹੜਾ ਈਕੋਸਿਸਟਮ, ਚਾਹੇ ਕੋਈ ਵੀ ਈਕੋਸਿਸਟਮ ਹੈ, ਉਹ ਇੱਕ ਵੰਡਰਫੁਲ ਈਕੋਸਿਸਟਮ ਹੈ, ਚਾਹੇ ਉਹ ਜੰਗਲ ਹੋਣ, ਚਾਹੇ ਉਹ ਸਮੁੰਦਰ ਦੇ ਵਿੱਚ ਕੋਰਲ ਰੀਫ ਹੋਣ, ਚਾਹੇ ਉਹ ਖੇਤੀਬਾੜੀ ਦਾ ਈਕੋਸਿਸਟਮ ਹੋਵੇ ਜਾਂ ਦੂਸਰੇ ਸਾਰੇ ਤਰ੍ਹਾਂ ਦੇ ਜਿਹੜੇ ਈਕੋਸਿਸਟਮ ਹੈ, ਉਹ ਇੱਕ ਐਸੇ ਤਰੀਕੇ ਦੇ ਨਾਲ ਚੱਲਦੇ ਆ ਕਿ ਸਾਡੀ ਜ਼ਿੰਦਗੀ ਨੂੰ ਉਹ ਸਪੋਰਟ ਕਰਦੇ ਆ। ਪਰ ਬਹੁਤੇ ਲੋਕ ਸਾਡੇ 'ਚੋਂ ਆਪਾਂ ਇਹ ਜਾਣਦੇ ਨਹੀਂ ਹੈ ਕਿ ਕਿਹੜੇ ਕਿਹੜੇ ਉਹਦੇ ਵਿੱਚ ਅੰਗ ਹੁੰਦੇ ਆ ਔਰ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਕਿਸ ਤਰ੍ਹਾਂ ਹੁੰਦਾ ਹੈ। ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਉਹ ਕਿਸ ਤਰ੍ਹਾਂ ਆਪਣੇ ਆਪ ਦੇ ਵਿੱਚ ਵਿਚਰਦੇ ਆ। ਤੇ ਜੇ ਆਪਾਂ ਵਾਤਾਵਰਨ ਦੀ ਜਿਹੜੇ ਕਨਸੈਪਟ ਹੈਗਾ, ਵਾਤਾਵਰਨ ਦੀ ਜਿਹੜੀ ਬਣਤਰ ਹੈਗੀ ਆ, ਉਸ ਨੂੰ ਸਮਝ ਲਈਏ ਤੇ ਇੱਕ ਬਹੁਤ ਇੱਕ ਇੰਟਰਸਟਿੰਗ, ਇੱਕ ਰੌਚਕ ਤਰੀਕੇ ਦੇ ਨਾਲ ਆਪਾਂ ਇਸ ਨੂੰ ਸਮਝ ਸਕਦੇ ਹਾਂ ਔਰ ਇਹ ਸਾਡੇ ਸਾਰੇ ਜਿਹੜੇ ਈਕੋਸਿਸਟਮ ਹੈ ਉਹਨਾਂ ਦੀ ਬੈਟਰ ਫੰਕਸ਼ਨਿੰਗ ਵਾਸਤੇ ਸਹਾਈ ਹੋ ਸਕਦੇ ਆ। ਸਾਡੀ ਇਸ ਧਰਤੀ ਦੇ ਉੱਤੇ ਜੇ ਜ਼ਿੰਦਗੀ ਜਿਹੜੀ ਚੱਲਦੀ ਹੈ ਇਹ ਵੰਡਰਫੁਲ ਜ਼ਿੰਦਗੀ ਹੈ। ਇਸ ਦੇ ਵਿੱਚ ਸਾਰੇ ਜਿਹੜੇ ਈਕੋਸਿਸਟਮ ਹੈ ਆਪਸ ਦੇ ਵਿੱਚ ਉਹਨਾਂ ਦਾ ਪੂਰਾ ਤਾਲਮੇਲ ਹੈ ਔਰ ਬੜੇ ਸਧਾਰਨ ਤਰੀਕੇ ਤੋਂ ਲੈ ਕੇ ਬੜੇ ਗੁੰਝਲਦਾਰ ਤਰੀਕੇ ਦੇ ਨਾਲ ਉਹ ਗਤੀਵਿਧੀਆਂ ਕਰਦੇ ਆ ਔਰ ਆਪਾਂ ਇਹ ਦੱਸਦੇ ਹਾਂ ਕਿ ਇਸ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਆ ਉਹ ਮਿਰੇਕਲਸ ਵੀ ਜਿਹੜੇ ਹੋ ਜਾਂਦੇ ਆ। ਆਪਾਂ ਹੁਣ ਪਹਿਲਾ ਜਿਹੜਾ ਇਹਦਾ ਸੈਗਮੈਂਟ ਹੈਗਾ ਕਿ ਇੰਟਰਕਨੈਕਟਿਵਿਟੀ, ਕਿ ਕੁਦਰਤ ਦੇ ਵਿੱਚ ਜਿਹੜਾ ਈਕੋਸਿਸਟਮ ਚੱਲਦਾ ਉਹਦੇ ਵਿੱਚ ਇੰਟਰਕਨੈਕਟਿਵਿਟੀ ਕਿਸ ਤਰ੍ਹਾਂ ਹੁੰਦੀ ਹੈ। ਕਿ ਆਪਾਂ ਇਹ ਸਮਝਦੇ ਹਾਂ ਕਿ ਕੁਦਰਤ ਦੇ ਵਿੱਚ ਕੋਈ ਵੀ ਚੀਜ਼ ਇਕੱਲੇ ਤੌਰ ਦੇ ਉੱਤੇ ਬੇਮਾਇਨੇ ਆ ਔਰ ਕੁਦਰਤ ਦੇ ਜਿਹੜੇ ਛੋਟੇ ਆ ਜਾਂ ਵੱਡੇ ਆ, ਜਿਹੜੇ ਇਸ ਦੇ ਵਿੱਚ ਸੈਗਮੈਂਟ ਹੈ, ਜਿਹੜੇ ਇਹਦੇ ਵਿੱਚ ਘਟਕ ਹੈਗੇ ਆ, ਉਹ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਜੁੜੇ ਹੋਏ ਆ ਔਰ ਉਹਨਾਂ ਦਾ ਕੋਈ ਪਰਪਸ ਹੈ ਕਿ ਕਿਉਂ ਉਹ ਜੁੜੇ ਹੋਏ ਆ, ਕਿ ਉਹ ਇਸ ਦੇ ਨਾਲ ਜਿਸ ਤਰੀਕੇ ਦੇ ਨਾਲ ਵੀ ਉਹ ਗਤੀਵਿਧੀ ਹੁੰਦੀ ਹੈ ਉਹ ਈਕੋਸਿਸਟਮ ਦਾ ਜਿਹੜਾ ਕਰੈਕਟਰ ਬਣ ਕੇ ਉੱਭਰਦਾ ਆ। ਕਿਉਂਕਿ ਜੇ ਆਪਾਂ ਦੇਖੀਏ ਕਿ ਲਿਵਿੰਗ ਤੇ ਨੋਨ ਲਿਵਿੰਗ, ਜੀਵਤ ਤੇ ਅਜੀਵਤ ਚੀਜ਼ਾਂ ਦੇ ਆਪਸ ਵਿੱਚ ਇੰਟਰਕਨੈਕਸ਼ਨ ਹੈ ਔਰ ਵਿਦਨ ਦੇ ਵਿੱਚ ਈਕੋਸਿਸਟਮ ਔਰ ਈਕੋਸਿਸਟਮ ਦਾ ਦੂਜਾ ਈਕੋਸਿਸਟਮ ਦੇ ਨਾਲ ਇੱਕ ਵਾਤਾਵਰਨ ਪੈਦਾ ਹੁੰਦਾ ਔਰ ਇਹ ਵਾਤਾਵਰਨ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਇਹ ਈਕੋਸਿਸਟਮ ਦੀ ਜਿਹੜੀ ਆਤਮਾ ਹੈ। ਔਰ ਆਪਾਂ ਪਿਛਲੇ ਐਪੀਸੋਡ ਵਿੱਚ ਵੀ ਦੱਸਿਆ ਸੀ ਕਿ ਫੂਡ ਚੇਨ ਹੈ, ਇੱਕ ਟ੍ਰੋਫਿਕ ਲੈਵਲ ਦੂਸਰੇ ਨੂੰ ਖਾਂਦਾ, ਤੀਸਰੇ ਨੂੰ ਖਾਂਦਾ, ਇਸ ਤਰ੍ਹਾਂ ਇੱਕ ਫੂਡ ਚੇਨ ਤੇ ਫੂਡ ਵੈਬ ਸਿਸਟਮ ਜਿਹੜਾ ਉਹ ਚੱਲਦਾ ਹੈ। ਔਰ ਕੁਦਰਤ ਨੇ ਇੱਕ ਐਸਾ ਤਰੀਕਾ ਬਖਸ਼ਿਆ ਹੈ ਇੱਕ ਈਕੋਸਿਸਟਮ ਦੇ ਵਿੱਚ ਕਿ ਊਰਜਾ ਨੂੰ ਪਦਾਰਥ ਵਿੱਚ, ਪਦਾਰਥ ਨੂੰ ਊਰਜਾ ਵਿੱਚ ਤਬਦੀਲ ਹੋਣ ਦਾ ਜਿਹੜਾ ਇਹ ਢੰਗ ਤਰੀਕਾ ਜਿਹੜਾ ਹੈ ਇਸ ਦੇ ਵਿੱਚ ਚੱਲਦਾ ਹੈ। ਔਰ ਇਸੇ ਗੱਲ ਨੂੰ ਹੀ ਆਪਾਂ ਆਰਗੇਨਾਈਜੇਸ਼ਨ ਨੂੰ ਦੇਖਦੇ ਹੋਇਆਂ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਜ਼ਿੰਦਗੀ ਦੇ ਵਿੱਚ ਵੀ ਔਰ ਈਕੋਸਿਸਟਮ ਦੇ ਵੱਖ-ਵੱਖ ਨਜ਼ਰੀਏ ਤੋਂ ਜੇਕਰ ਆਪਾਂ ਉਹਨਾਂ ਨੂੰ ਦੇਖੀਏ। ਇੱਕ ਫੈਬਨੇਸੀ ਜਿਹੜੀ ਸੀਕੁਐਂਸ ਹੈ, ਫੈਬਨੇਸੀ ਨੰਬਰ ਹੈਗੇ ਆ ਔਰ ਇੱਕ ਲਿਓਨਾਰਡੋ ਦਾ ਪੀਸਾ ਸੀਕੁਐਂਸ ਵੀ ਇਹਨੂੰ ਕਿਹਾ ਜਾਂਦਾ ਹੈ।
ਇਹਦੇ ਵਿੱਚ 0 1 1 2 3 5 8 13 21 28 ਕਹਿਣ ਦਾ ਮਤਲਬ ਕਿ ਕੋਈ ਵੀ ਨੰਬਰ ਜਿਹੜੇ ਪਿਛਲੇ ਦੋ ਨੰਬਰਾਂ ਦੇ ਜੋੜ ਦੇ ਨਾਲ ਬਣਦਾ। ਇਹ ਇੱਕ ਰੂਲ ਹੈ ਜਿਹੜਾ ਕੁਦਰਤ ਨੇ ਫੋਲੋ ਕੀਤਾ। ਔਰ ਚਾਹੇ ਉਹ ਫੁੱਲਾਂ ਦੀ ਜਿਹੜੀ ਸਟਰਕਚਰ ਹੋਵੇ, ਜੇ ਆਪਾਂ ਕੋਈ ਫੁੱਲ ਦੀ ਗੱਲ ਕਰੀਏ ਤੇ ਫੁੱਲ ਦੀਆਂ ਜਿਹੜੀਆਂ ਪੱਤੀਆਂ ਹੈਗੀਆਂ, ਪੱਤੀਆਂ ਦੀ ਜਿਹੜੀ ਬਣਤਰ ਹੈ, ਉਹਨਾਂ ਦਾ ਜਿਹੜਾ ਅਰੇਂਜਮੈਂਟ ਹੈ, ਉਹ ਆਪਸ ਦੇ ਵਿੱਚ ਇਸ ਤਰ੍ਹਾਂ ਜੁੜਿਆ ਹੋਇਆ ਕਿ ਇੱਕ ਫੈਬਨੇਸੀ ਥਿਊਰਮ ਜਿਹੜੀ ਹੈ, ਫੈਬਨੇਸੀ ਜਿਹੜੇ ਪ੍ਰਿੰਸੀਪਲ ਜਾਂ ਸੀਕੁਐਂਸ ਹੈ, ਇਸ ਦੇ ਹਿਸਾਬ ਦੇ ਨਾਲ ਉਹ ਚੱਲਦੀਆਂ। ਔਰ ਜੇ ਆਪਾਂ ਇੱਕ ਦਰਖਤ ਦੇਖੀਏ, ਉਹਦੀਆਂ ਜਿਹੜੀਆਂ ਬ੍ਰਾਂਚਾਂ ਆ, ਉਹਦੀ ਜਿਹੜੀ ਸ਼ਾਖਾਵਾਂ ਨਿਕਲਦੀਆਂ, ਉਹ ਵੀ ਇੱਕ ਰੂਲ ਦੇ ਹਿਸਾਬ ਨਾਲ ਨਿਕਲਦੀਆਂ। ਬੇਮਾਇਨਾ ਕੁਦਰਤ ਦੇ ਵਿੱਚ ਕੁਛ ਨਹੀਂ ਹੈਗਾ। ਤੇ ਜੇ ਆਪਾਂ ਸੋਲਰ ਸਿਸਟਮ ਦੀ ਗੱਲ ਕਰੀਏ, ਸੂਰਜ ਹੈ, ਉਹਦੇ ਆਲੇ ਦੁਆਲੇ ਸਾਰੀ ਕਾਇਨਾਤ ਦੇ ਵਿੱਚ ਜਿਹੜੇ ਗ੍ਰਹਿ ਹੈ ਔਰ ਉਪਗ੍ਰਹਿ ਹੈ ਸਾਰੇ ਘੁੰਮਦੇ ਆ, ਉਹ ਵੀ ਇੱਕ ਖਾਸ ਸਿਸਟਮ ਨੂੰ ਜਿਹੜਾ ਫੋਲੋ ਕਰਦੇ ਆ। ਔਰ ਇੱਕ ਨੌਟਿਕਸ ਸ਼ੈੱਲ ਹੈ, ਇੱਕ ਸੰਖ ਹੁੰਦਾ। ਇਹ ਸੰਖ ਜਿਹੜਾ ਹੈ, ਇਹ ਨੌਟਿਲਸ ਜਿਹੜਾ ਸ਼ੈੱਲ ਹੈ, ਇਸ ਦੇ ਵਿੱਚ ਜਿਹੜੇ ਇਹਦੇ ਬਣਤਰ ਹੈਗੇ ਆ, ਇਹਦੇ ਜਿਹੜੇ ਚੈਂਬਰ ਹੈਗੇ ਆ, ਉਹ ਚੈਂਬਰ ਵੀ ਫੈਬਨੇਸੀ ਸੀਕੁਐਂਸ ਦਾ ਲੋਗਰਿਥਮਿਕ ਸਪਾਇਰਲ ਨੂੰ ਪਰਫੈਕਟ ਤਰੀਕੇ ਦੇ ਨਾਲ ਫੋਲੋ ਕਰਦੇ ਆ। ਔਰ ਇਹ ਐਸੀ ਕੁਦਰਤ ਦੀ ਕਰਾਮਾਤ ਹੈ ਕਿ ਇੱਕ ਵੈਲ ਆਰਗੇਨਾਈਜ਼ਡ ਵੈਲ ਫੰਕਸ਼ਨਿੰਗ ਜਿਹੜਾ ਸਿਸਟਮ ਉਹ ਬਣਦਾ। ਚਾਹੇ ਉਹ ਫੁੱਲ ਹੋਣ ਔਰ ਰੁੱਖਾਂ ਦੀ ਜਿਹੜੀ ਉਹਨਾਂ ਦੀ ਜਿਹੜੀਆਂ ਟਾਹਣੀਆਂ ਨਿਕਲਣ ਦੀ ਕਿਰਿਆ ਹੋਵੇ, ਚਾਹੇ ਪਾਈਨ ਜਿਹੜਾ ਆਪਾਂ ਚੀਲ ਦਾ ਦਰਖਤ ਹੈ, ਉਹਦੀ ਜਿਹੜੀ ਕੋਣ ਲੱਗਦੀ ਹੈ, ਕੋਣ ਦੇ ਵਿੱਚ ਜਿਹੜੀ ਫਲੋਰਟਸ ਹੈਗੀਆਂ ਉਹਨਾਂ ਦੀ ਅਰੇਂਜਮੈਂਟ ਹੋਵੇ, ਚਾਹੇ ਉੱਲੀ ਦੇ ਜਿਹੜੇ ਫੰਗਸ ਦੇ ਜਿਹੜੇ ਸਪੋਰ ਹੈ, ਸਪੋਰ ਦੇ ਉੱਤੇ ਜਿਹੜੇ ਇਕਾਈਨੋਲੇਸ਼ਨਸ ਬਣੀਆਂ ਹੈ, ਉਹ ਵੀ ਇੱਕ ਖਾਸ ਪੈਟਰਨ ਫੋਲੋ ਕਰਦੀਆਂ। ਚਾਹੇ ਪੋਲਨ ਹੈ, ਜਿਹੜਾ ਪਰਾਗ ਹੈਗੇ ਆ ਫੁੱਲਾਂ ਦੇ ਵਿੱਚੋਂ ਨਿਕਲਦੇ ਆ, ਉਹਨਾਂ ਦੇ ਉੱਤੇ ਵੀ ਧਿਆਨ ਦੇ ਨਾਲ ਮਾਈਕਰੋਸਕੋਪ ਦੇ ਨਾਲ ਦੇਖੀਏ, ਐਸੇ ਉੱਤੇ ਉਤਾਰ ਚੜਾਅ ਬਣੇ ਹੋਏ ਆ ਜਿਹੜੇ ਇੱਕ ਖਾਸ ਸਿਸਟਮ ਨੂੰ ਫੋਲੋ ਕਰਦੇ ਆ। ਪਾਈਨਐਪਲ ਜਿਹੜਾ ਅਨਾਨਾਸ ਹੈ, ਉਹਦੇ ਉੱਤੇ ਵੀ ਇੱਕ ਤਰ੍ਹਾਂ ਦੇ ਜਿਹੜੇ ਫਲੋਰਟਸ ਲੱਗੇ ਹੋਏ ਆ, ਉਹ ਵੀ ਇੱਕ ਖਾਸ ਪੈਟਰਨ ਨੂੰ ਫੋਲੋ ਕਰਦੇ ਆ। ਹਰੀਕੇਨ ਜਿਹੜੇ ਔਰ ਬਾਂਬਰੋਲੇ ਜਿਹੜੇ ਆਉਂਦੇ ਆ, ਉਹਨਾਂ ਦਾ ਇੱਕ ਪੈਟਰਨ ਹੈਗਾ। ਔਰ ਜਿਹੜੀਆਂ ਗਲੈਕਸੀਜ਼ ਹੈਗੀਆਂ ਸਕਾਈ ਦੇ ਵਿੱਚ, ਕਾਇਨਾਤ ਦੇ ਵਿੱਚ, ਉਹ ਵੀ ਇੱਕ ਖਾਸ ਸਿਸਟਮ ਨੂੰ ਜਿਹੜੀਆਂ ਉਹ ਫੋਲੋ ਕਰਦੀਆਂ। ਇਸ ਤਰ੍ਹਾਂ ਦੀ ਅਰੇਂਜਮੈਂਟ ਇਸ ਤਰ੍ਹਾਂ ਹੈ। ਔਰ ਸੂਰਜਮੁਖੀ ਦਾ ਜਿਹੜਾ ਫੁੱਲ ਹੈ, ਇਹਦੇ ਵਿੱਚ ਬਾਹਰ ਜਿਹਨੂੰ ਰੇ ਫਲੋਰਟਸ ਕਹਿੰਦੇ ਆ, ਅੰਦਰ ਵਾਲੇ ਨੂੰ ਡਿਸਕ ਫਲੋਰਟਸ ਕਹਿੰਦੇ ਆ। ਜੇ ਡਿਸਕ ਫਲੋਰਟਸ ਦੀ ਆਪਾਂ ਗੱਲ ਕਰੀਏ, ਉਹ 'ਚ ਇਕੱਲਾ ਜਿਹੜਾ ਫੁੱਲ ਹੈ, ਉਹਨਾਂ ਦਾ ਜਿਹੜਾ ਅਰੇਂਜਮੈਂਟ ਹੈ, ਉਹ ਫੈਬੋਨੇਸੀ ਸੀਕੁਐਂਸ ਦੇ ਹਿਸਾਬ ਨਾਲ ਫੋਲੋ ਕਰਦਾ। ਔਰ ਇਹ ਕਲਾਸੀਕਲ ਐਗਜ਼ਾਮਪਲ ਹੈ, ਕਲਾਸੀਕਲ ਉਦਾਹਰਣ ਹੈ ਜਿਹੜੀ ਦਿੱਤੀ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਗਲੈਕਸੀ ਹੋਵੇ ਜਾਂ ਨੌਟਿਲਸ ਸੈੱਲ ਹੋਵੇ ਜਾਂ ਹਰੀਕੇਨ ਹੋਣ, ਉਹਦੇ ਵਿੱਚ ਵੀ ਇੱਕ ਖਾਸ ਕਿਸਮ ਦਾ ਜਿਹੜਾ ਪੈਟਰਨ ਹੈ, ਉਹਦੀ ਮੂਵਮੈਂਟ ਹੈ, ਉਹ ਫੋਲੋ ਕੀਤੀ ਜਾਂਦੀ ਹੈ। ਇਹ ਤਾਂ ਉਹਦੀ ਆਰਗੇਨਾਈਜੇਸ਼ਨ ਸੀ ਔਰ ਸਿਸਟਮੈਟਿਸਿਟੀ ਸੀ। ਇਸੇ ਤਰ੍ਹਾਂ ਹੀ ਰੈਗੂਲੈਰਿਟੀ ਤੇ ਕੰਟਰੋਲ ਹੈ। ਜੇ ਆਪਾਂ ਮਨੁੱਖੀ ਸਰੀਰ ਦੀ ਗੱਲ ਕਰੀਏ, ਇਹਦੇ ਵਿੱਚ ਆਪਾਂ ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਉਹ ਤੋਂ ਬੱਚਾ ਜਿਹੜਾ ਪੈਦਾ ਹੁੰਦਾ 9 ਮਹੀਨੇ, ਕਦੀ ਇਹ ਨਹੀਂ ਹੁੰਦਾ ਕਿ ਟਾਈਮ ਵੱਧ ਘੱਟ ਹੋ ਜਾਏ। ਇੱਕ ਕੁਦਰਤ ਨੇ ਇੱਕ ਰੈਗੂਲੈਰਿਟੀ ਜਿਹੜੀ ਬਣਾਈ ਰੱਖੀ ਹੈ। ਜੇ ਸਾਡਾ ਸਰਕੂਲੇਟਰੀ ਸਿਸਟਮ ਹੈ, ਸਾਡਾ ਖੂਨ ਦਾ ਸੰਚਾਲਨ ਸਾਡੀ ਸਰੀਰ ਦੇ ਵਿੱਚ ਹੁੰਦਾ ਹੈ, ਉਹ ਹਾਰਟ ਬੀਟ ਹੈਗੀ ਹੈ, ਉਹਦੇ ਵਿੱਚ ਪ੍ਰਤੀ ਮਿੰਟ ਕਿੰਨੇ ਹੋਣਾ, ਇਹ ਸਭ ਕੁਦਰਤ ਨੇ ਤੈਅ ਕੀਤਾ ਹੈ। ਔਰ ਬਲੱਡ ਪ੍ਰੈਸ਼ਰ ਜਿਹੜਾ ਉਹ ਕੰਟਰੋਲ ਆ, ਉਹ ਖਾਸ ਨਿਯਮਤ ਰੇਂਜ ਦੇ ਵਿੱਚ ਉਹ ਰਹਿੰਦਾ ਹੈ। ਆਪਾਂ ਜਿਹੜੀ ਖੁਰਾਕ ਖਾਂਦੇ ਆ, ਉਹਦਾ ਹਾਜ਼ਮਾ ਹੁੰਦਾ, ਡਾਈਜੈਸ਼ਨ ਹੁੰਦੀ ਹੈ, ਜੋ ਮਰਜ਼ੀ ਖਾਓ ਤੇ ਡਾਈਜੈਸਟ ਹੋ ਜਾਂਦੀ ਹੈ। ਚਾਹੇ ਤੁਸੀਂ ਮਠਿਆਈ ਖਾ ਲਓ, ਚਾਹੇ ਕੌੜੀ ਚੀਜ਼ ਖਾ ਲਓ, ਮਿੱਠੀ ਚੀਜ਼ ਖਾ ਲਓ, ਉਹ ਤੁਹਾਡਾ ਸਰੀਰ ਦਾ ਅੰਦਰ ਬਣਤਰ ਸਿਸਟਮ ਇਸ ਤਰ੍ਹਾਂ ਦਾ ਕਿ ਉਹ ਹਜਮ ਹੋ ਜਾਂਦੀ ਹੈ। ਸਾਡਾ ਇਸ ਤਰ੍ਹਾਂ ਨਰਵਸ ਸਿਸਟਮ ਹੈ, ਆਪਾਂ ਸੋਚਦੇ ਹਾਂ, ਉਹਦੇ ਵਿੱਚ ਇਲੈਕਟ੍ਰੀਕਲ ਇੰਪਲਸਸ ਹੁੰਦੀਆਂ ਔਰ ਇਲੈਕਟ੍ਰੀਕਲ ਇੰਪਲਸਸ ਦੇ ਨਾਲ ਉਹ ਸਾਰਾ ਕੰਮ ਚੱਲਦਾ। ਅੱਖਾਂ ਸਾਡਾ ਕੈਮਰੇ ਵਾਂਗੂ ਕੰਮ ਕਰਦੀਆਂ ਔਰ ਵਿਜ਼ਨ ਜਿਹੜਾ ਹੈ, ਕੰਨ ਸੁਣਦੇ ਆ, ਕੰਨਾਂ ਦੀ ਬਣਤਰ ਹੈ, ਉਹਦੇ 'ਚ ਡਰਮ ਹੈ, ਉਹਦੇ 'ਚ ਆਵਾਜ਼ ਜਿਹੜੀ ਹੈ ਉਹ ਡੈਸੀਬਲ ਦੇ ਹਿਸਾਬ ਨਾਲ ਅਸੀਂ ਕਿੰਨੀ ਸੁਣ ਸਕਦੇ ਹਾਂ, ਸਾਰਾ ਕੁਝ ਨਿਯਮਤ ਤੌਰ ਦੇ ਉੱਤੇ ਤੈਅ ਹੈ। ਇਸ ਤਰ੍ਹਾਂ ਸਾਡੀ ਜੀਭ ਹੈ, ਸਾਡਾ ਟੇਸਟ ਹੈ, ਇਹ ਕੁਦਰਤ ਦੇ ਜਿਹੜੇ ਬਹੁਤ ਕਰਾਮਾਤਾਂ ਮੈਂ ਸਮਝਦਾ ਹੈਗੀਆਂ ਕਿ ਵੈਲ ਆਰਗੇਨਾਈਜ਼ਡ ਈਕੋਸਿਸਟਮ ਦੇ ਹਰ ਇੱਕ ਕੰਪੋਨੈਂਟ ਦੇ ਵਿੱਚ ਕੁਦਰਤ ਨੇ ਇਸ ਤਰ੍ਹਾਂ ਬਣਾਇਆ। ਜਦੋਂ ਆਪਾਂ ਬੀ ਲੈ ਲਈਏ, ਬੀ ਆਪਾਂ ਬੀਜਦੇ ਹਾਂ, ਆਪਾਂ ਛੋਲੇ ਵੀ ਲੈ ਲਈਏ, ਕਣਕ ਵੀ ਲੈ ਲਈਏ, ਹੋਰ ਫਸਲਾਂ ਦੇ ਬੀਜ ਵੀ ਲੈ ਲਈਏ, ਜਦੋਂ ਇਕੱਠਾ ਕਰਕੇ ਇੱਕੋ ਜਗ੍ਹਾ ਦੇ ਉੱਤੇ ਆਪਾਂ ਮਿੱਟੀ ਦੇ ਵਿੱਚ ਬੀਜਦੇ ਹਾਂ ਤਾਂ ਕੀ ਹੋਊਗਾ ਕਿ ਅਲੱਗ-ਅਲੱਗ ਚੀਜ਼ ਅਲੱਗ-ਅਲੱਗ ਢੰਗ ਦੇ ਨਾਲ ਨਿਕਲਦੀ ਹੈ। ਚਾਹੇ ਉਹਨਾਂ ਦਾ DNA ਜਿਹੜਾ ਕੰਟਰੋਲ ਕਰਦਾ ਉਹਨਾਂ ਦੇ ਕਰੈਕਟਰਸ ਨੂੰ, ਪਰ ਇਹ DNA ਦੀ ਵੀ ਇੱਕ ਬਣਤਰ ਹੈ, ਉਹਦੇ ਵਿੱਚ ਵੀ ਇੱਕ ਪ੍ਰੋਪਰ ਸੀਕੁਐਂਸ ਹੈ, ਹੈਲੀਕਲ ਸਟਰਕਚਰ ਹੈ ਔਰ ਸਾਰੇ ਬਾਇਓਲੋਜੀਕਲ ਆਰਗੈਨਿਜ਼ਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਉਹ ਢੰਗ ਤਰੀਕੇ ਦੇ ਨਾਲ ਫੋਲੋ ਹੁੰਦਾ। ਜੇ ਆਪਾਂ ਦਿਮਾਗ ਦੀ ਗੱਲ ਕਰੀਏ, ਐਸੀ ਕਰਾਮਾਤ ਹੈ ਕੁਦਰਤ ਦੀ, ਇਹਦੇ 'ਚ 86 ਬਿਲੀਅਨ ਨਿਊਰੋਨਸ ਹੈਗੇ ਆ
ਔਰ ਹਰ ਇੱਕ ਨਿਊਰੋਨ ਜਿਹੜਾ ਉਹ 10,000 ਕਨੈਕਸ਼ਨਸ ਹੈਗੇ ਉਹਦੇ ਵਿੱਚ। ਔਰ ਜਿੱਦਾਂ ਚੱਕਰ ਮੈਂ ਗੱਲ ਖਤਮ ਕਰਦਾ, ਇਸ ਤੋਂ ਪਹਿਲਾਂ ਜਿਹੜੇ ਕਨੈਕਸ਼ਨ ਦੀ ਜਿਹੜੀ ਗੱਲਬਾਤ ਹੋ ਚੁੱਕੀ ਹੈ, ਔਰ ਗੱਲ ਖਤਮ ਹੁੰਦਿਆਂ ਹੀ ਉਹ ਬਦਲ ਜਾਵੇਗੀ ਔਰ ਇੱਕ ਨਵੇਂ ਢੰਗ ਦੇ ਨਾਲ ਸਾਡਾ ਬ੍ਰੇਨ ਜਿਹੜਾ ਹੈ ਉੱਭਰ ਕੇ ਆਏਗਾ। ਇਸੇ ਤਰ੍ਹਾਂ ਦਿਨ ਹੈਗੇ ਆ, ਰਾਤ ਹੈਗੇ ਆ, ਇੱਕ ਪੀਰੀਓਡਿਸਿਟੀ ਹੈ, 24 ਘੰਟੇ 12 ਘੰਟੇ ਔਰ ਪੈਰ ਬਦਲਦੇ ਆ, ਸਾਰਾ ਕੁਝ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਹੁੰਦਾ ਹੈ। ਜੇ ਆਪਾਂ ਧਰਤੀ ਜਿਹੜੀ ਆਪਾਂ ਕਹਿੰਦੇ ਸੂਰਜ ਦੁਆਲੇ ਘੁੰਮਦੀ ਹੈ, ਔਰ ਜਿਹੜੀ ਸਪੀਡ ਹੈ ਧਰਤੀ ਦੀ ਉਹ ਸੂਰਜ ਦੇ ਦੁਆਲੇ ਜਿਹੜੀ ਘੁੰਮਣ ਦੀ 67,000 ਮੀਲ ਪ੍ਰਤੀ ਘੰਟਾ, ਜਾਣੀ ਕਿ 18.5 ਮੀਲ ਪ੍ਰਤੀ ਸੈਕਿੰਡ ਉਹ ਘੁੰਮਦੀ ਹੈ। ਇਸੇ ਤਰ੍ਹਾਂ ਹੀ ਲਾਈਟ ਦੀ ਜਿਹੜੀ ਸਪੀਡ ਹੈ ਉਹ 671 ਮਿਲੀਅਨ ਜਿਹੜਾ ਮੀਲ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ, ਜਾਣੀ ਕਿ 1,86,000 ਮੀਲ ਪ੍ਰਤੀ ਸੈਕਿੰਡ ਉਹ ਰਫ਼ਤਾਰ ਦੇ ਨਾਲ ਸਾਡੀ ਲਾਈਟ ਤੁਰਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਦੂਸਰੇ ਦੇਸ਼ਾਂ ਦੇ ਵਿੱਚ, ਯੂਰਪੀਅਨ ਦੇਸ਼ਾਂ 'ਚ ਜਾਂ ਕੈਨੇਡਾ ਵਗੈਰਾ 'ਚ ਗਏ ਆ, ਉਹ ਦੇਖਦੇ ਹਨ ਕਿ ਜਿਹੜੀ ਸਨੋਫਾਲ ਜਦੋਂ ਹੁੰਦੀ ਹੈ ਉਹਦੇ ਵਿੱਚ ਉੱਪਰੋਂ ਬਰਫ਼ ਦੇ ਕਿਣਕੇ ਬਣ ਕੇ ਦਿਖਦੇ ਆ, ਫਲੇਕਸ। ਔਰ ਉਹ ਫੰਬੇ ਜਿਹੜੇ ਬਰਫ਼ ਦੇ ਆ, ਉਹਨੂੰ ਅਗਰ ਮਾਈਕਰੋਸਕੋਪ 'ਚ ਦੇਖੀਏ, ਹਰ ਫੰਬਾ ਇੱਕ ਨਵਾਂ ਉਹਦਾ ਸਟਰਕਚਰ ਆ, ਇੱਕ ਬੜਾ ਕ੍ਰੀਏਟਿਵ ਔਰ ਆਰਟਿਸਟਿਕ ਢੰਗ ਦੇ ਨਾਲ ਉਹ ਚੱਲਦਾ। ਇਸੇ ਤਰ੍ਹਾਂ ਹੀ ਰਾਤ ਨੂੰ ਜਦੋਂ ਆਪਾਂ ਆਕਾਸ਼ ਵਿੱਚ ਦੇਖਦੇ ਹਾਂ ਕਿ ਕੌਨਸਟੈਲੇਸ਼ਨਸ ਹੈਗੀਆਂ, ਜੇ ਸੂਰਜ ਸਪਤਰਿਸ਼ੀ ਹੈ ਜਾਂ ਤਾਰੇ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਸਾਨੂੰ ਨਜ਼ਰ ਆਉਂਦੇ ਆ, ਲੇਕਿਨ ਉਹਨਾਂ ਦਾ ਅਰੇਂਜਮੈਂਟ ਜਿਹੜਾ ਹੈ ਉਹ ਤੈਅਸ਼ੁਦਾ ਤਰੀਕੇ ਦੇ ਨਾਲ ਹੁੰਦਾ ਹੈ। ਇਸ ਤਰ੍ਹਾਂ ਜਦੋਂ ਆਪਾਂ ਕੋਈ ਬੀਜਦੇ ਆ, ਜੜ੍ਹਾਂ ਥੱਲੇ ਨੂੰ ਜਾਂਦੀਆਂ, ਜਿਹੜੇ ਉੱਪਰ ਪਲਮਿਊਲ ਹੈਗੇ ਉੱਪਰ ਨੂੰ ਉੱਡਦੇ ਆ। ਇਸੇ ਤਰ੍ਹਾਂ ਹੀ ਜੇ ਆਪਾਂ ਹਨੇਰੇ 'ਚ ਕੋਈ ਬੂਟੇ ਗਮਲਾ ਲਾਈਏ ਤਾਂ ਜਿਹੜੇ ਪੱਤੇ ਆ ਉਹ ਲਾਈਟ ਵੱਲ ਨੂੰ ਜਾਣਗੇ ਔਰ ਜੜ੍ਹਾਂ ਜਿਹੜੀਆਂ ਲਾਈਟ ਤੋਂ ਪਰੇ ਨੂੰ ਜਾਣਗੀਆਂ। ਜੇ ਆਪਾਂ ਅਲੱਗ ਤਰ੍ਹਾਂ ਦੇ ਫੁੱਲ ਇਕੱਠੇ ਕਰਕੇ ਬੀਜ ਨੂੰ ਬੀਜ ਦਈਏ ਤਾਂ ਅਲੱਗ-ਅਲੱਗ ਫੁੱਲ ਪੈਦਾ ਹੋਣਗੇ ਔਰ ਉਹ ਜੋ ਉਹਨਾਂ ਦਾ ਕਰੈਕਟਰ ਹੈ ਉਸ ਦੇ ਹਿਸਾਬ ਦੇ ਨਾਲ ਹੀ ਹੋਣਗੇ। ਇਸ ਤਰ੍ਹਾਂ ਹੀ ਉੱਲੀ ਹੈ, ਜਦੋਂ ਆਪਾਂ ਉੱਲੀਆਂ ਉੱਗਦੀਆਂ ਹੈਗੀਆਂ, ਉਹਨਾਂ ਨੂੰ ਮੀਡੀਆ ਮਿਲ ਜਾਂਦਾ, ਉਹਦੇ ਉੱਤੇ ਉਹ ਆਪਣੇ ਢੰਗ ਨਾਲ ਹੀ ਜਿਹੜੀਆਂ ਹੈ ਆਪਣੀ ਕਰਾਮਾਤ ਜਿਹੜੀਆਂ ਉਹ ਕਰਦੀਆਂ। ਇੱਕ ਅਗਲਾ ਜਿਹੜਾ ਗੁਣ ਹੈਗਾ ਇਸ ਸਾਰੇ ਈਕੋਸਿਸਟਮ ਦੀ ਆਰਗੇਨਾਈਜੇਸ਼ਨਲ ਸਟਰਕਚਰ ਦੇ ਬਾਰੇ 'ਚ, ਉਹ ਹੈ ਕਿ ਨੈਚੁਰਲ ਇਨਸਟਿੰਕਟ ਹੈ, ਇੱਕ ਅੰਦਰੋਂ ਹਾਜਤ ਹੈ ਹਰ ਚੀਜ਼ ਦੀ ਕਿ ਕੁਛ ਕਰੀਏ। ਮੈਂ ਉਦਾਹਰਨ ਦਿੰਦਾ, ਆਪਾਂ ਕਹਿੰਦੇ ਹਾਂ ਕਿ ਸਾਈਬੇਰੀਆ ਤੋਂ ਜਿਹੜੇ ਕਰੇਨਸ ਹੈਗੇ, ਜਿਹਨੂੰ ਕੂੰਜਾਂ ਕਹਿੰਦੇ ਆ, ਉੱਥੋਂ ਆਉਂਦੀਆਂ, ਉੱਥੇ ਆਪਣੇ ਆਂਡੇ ਦੇ ਆਉਂਦੀਆਂ, ਬੱਚਿਆਂ ਨੂੰ ਛੱਡ ਆਉਂਦੀਆਂ ਔਰ ਬਹੁਤ ਲੰਬਾ ਸਫ਼ਰ ਤੈਅ ਕਰਦੀਆਂ। ਔਰ ਕਿਹਾ ਜਾਂਦਾ ਕਿ ਸਾਇੰਸ ਨੇ ਸਟੱਡੀ ਕੀਤਾ ਕਿ ਉਹ ਜਦੋਂ ਕੂੰਜਾਂ ਆਉਂਦੀਆਂ, ਉਹ ਮੈਗਨੈਟਿਕ ਫੀਲਡ ਜਿਹੜਾ ਧਰਤੀ ਦਾ ਹੈਗਾ ਉਹਦੇ ਹਿਸਾਬ ਨਾਲ ਉਹ ਚੱਲਦੀਆਂ ਔਰ ਐਸਾ ਉਹਨਾਂ ਦੇ ਵਿੱਚ ਇੱਕ ਇਨਸਟਿੰਕਟ ਹੈ, ਹਾਜਤ ਹੈ ਕਿ ਉਹ ਵੈਟਲੈਂਡ ਰੂਸ ਦਾ ਪਾਸ ਕਰਦਿਆਂ ਹੋਇਆਂ ਹਿੰਦੁਸਤਾਨ ਦੇ ਵਿੱਚ, ਚਾਈਨਾ ਵਿੱਚ ਵੀ ਉਹ ਜਾਂਦੀਆਂ ਔਰ ਇਹ ਕੁਦਰਤ ਨੇ ਇੱਕ ਰੈਗੂਲਰ ਸਿਸਟਮੈਟਿਕ ਤਰੀਕਾ ਉਹਨਾਂ ਨੂੰ ਬਖਸ਼ਿਆ। ਇਸ ਤਰ੍ਹਾਂ ਹੀ ਜਿਹੜੇ ਕੱਛੂ ਹੈਗੇ, ਕੱਛੂ ਘੁੰਮੇ, ਕ੍ਰੋਕੋਡਾਈਲਸ, ਉਹ ਜਦੋਂ ਆਂਡੇ ਦੇ ਦਿੰਦੇ ਆ ਉਹ ਆਪ ਪਰੇ ਚਲੇ ਜਾਂਦੇ ਆ, ਲੇਕਿਨ ਫਿਰ ਬਾਅਦ 'ਚ ਆਂਡਿਆਂ ਦੀ ਉਹ ਪਰਵਰਿਸ਼ ਕਰਦੇ ਆ। ਔਰ ਇਸੇ ਤਰ੍ਹਾਂ ਹੀ ਕੀੜੇ ਮਕੌੜਿਆਂ 'ਚ ਇੰਨੀ ਡਾਈਵਰਸਿਟੀ ਹੈ, ਇੰਨੀ ਤਰ੍ਹਾਂ ਦੇ ਆ। ਕਈ ਕੀੜੇ ਤੁਹਾਨੂੰ ਇਸ ਤਰ੍ਹਾਂ ਮਿਲਣਗੇ ਜਿਹੜੇ ਬਿਲਕੁਲ ਪੱਤੇ ਦੀ ਤਰ੍ਹਾਂ ਸ਼ਕਲ ਆ ਉਹਨਾਂ ਦੀ, ਔਰ ਪੱਤਿਆਂ ਦੇ ਉੱਤੇ ਉਹ ਕੀੜਾ ਬੈਠਾ ਹੋਵੇ ਤਾਂ ਐਂ ਲੱਗਦਾ ਉਹ ਪੱਤਾ ਹੀ ਆ। ਕਿ ਇਹ ਆਪਣੇ ਆਪ ਦਾ ਇੱਕ ਪ੍ਰੋਟੈਕਸ਼ਨ ਕਰਨ ਲਈ ਇੱਕ ਡਿਫੈਂਸ ਮੈਕੈਨਿਜ਼ਮ ਕੁਦਰਤ ਨੇ ਉਹਨਾਂ ਨੂੰ ਬਖਸ਼ਿਆ। ਇਸ ਤਰ੍ਹਾਂ ਕਮੇਲੀਅਨ ਹੈ, ਗਿਰਗਟ ਜਿਹਨੂੰ ਕਹਿੰਦੇ ਆ, ਉਹ ਰੰਗ ਬਦਲਦਾ, ਜਿਹੋ ਜਿਹੇ ਮਾਹੌਲ ਦੇ ਵਿੱਚ ਹੈਗਾ ਉਹੋ ਜਿਹਾ ਉਹਦਾ ਰੰਗ ਹੋ ਜਾਂਦਾ। ਔਰ ਅਲੱਗ-ਅਲੱਗ ਫੁੱਲ, ਕਈ ਤਰ੍ਹਾਂ ਦੀਆਂ ਸ਼ਕਲਾਂ ਉਹਨਾਂ ਦੀਆਂ, ਬੜੀਆਂ ਖੂਬਸੂਰਤ, ਬੜੀਆਂ ਰੌਚਕ ਸ਼ਕਲਾਂ ਦੇਖਣ ਨੂੰ ਮਿਲਦੀਆਂ। ਇਹ ਵੀ ਉਹਨਾਂ ਨੇ, ਕੁਦਰਤ ਨੇ ਉਹਨਾਂ ਨੂੰ ਇੱਕ ਮੈਕੈਨਿਜ਼ਮ ਦਿੱਤਾ ਹੈਗਾ। ਇਸੇ ਤਰ੍ਹਾਂ ਹੀ ਸਮੁੰਦਰ ਦੇ ਵਿੱਚ ਜਿਹੜੇ ਜਾਨਵਰ ਹੈਗੇ ਆ, ਮੱਛੀਆਂ ਹੈਗੀਆਂ, ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਾਨਵਰ ਆ। ਔਰ ਕਈ ਐਸੇ ਜਾਨਵਰ ਆ ਜਿਹੜੇ ਜਦੋਂ ਦੁਸ਼ਮਣ ਉਹਨਾਂ ਦੇ ਨੇੜੇ ਆਉਂਦਾ ਤਾਂ ਇੱਕ ਕਾਲੀ ਸਿਆਹੀ ਉਹ ਵਿੱਚੋਂ ਬਾਹਰ ਕੱਢਦੇ ਆ, ਸੀਪੀਆ ਇੰਕ ਉਹ ਬਾਹਰ ਕੱਢਦੇ ਆ, ਉਹਦੇ ਨਾਲ ਆਲਾ ਦੁਆਲਾ ਉਹਦਾ ਧੁੰਦਲਾ ਹੋ ਜਾਂਦਾ ਪਾਣੀ ਤੇ ਉਹ ਆਪਣੇ ਆਪ ਨੂੰ ਬਚਾ ਕਰ ਲੈਂਦੇ, ਪਰੇ ਨੂੰ ਹੋ ਜਾਂਦੇ ਆ, ਜਾਨਵਰ ਤੋਂ ਬਚ ਜਾਂਦੇ ਆ। ਇਸੇ ਤਰ੍ਹਾਂ ਹੀ ਜਾਨਵਰਾਂ ਦੀਆਂ ਜਦੋਂ ਭੁਚਾਲ ਆਉਂਦਾ ਹੁੰਦਾ, ਕਹਿੰਦੇ ਕੁਝ ਜਾਨਵਰ ਐਸੇ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਇੱਕ ਹਾਜਤ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਨੈਚੁਰਲ ਉਹਨਾਂ 'ਚ ਇੰਸਟਿੰਕਟ ਹੋ ਜਾਂਦੀ ਹੈ ਕਿ ਕੁਛ ਹਿਲਜੁਲ ਹੋਣ ਵਾਲੀ ਹੈ ਤੇ ਉਹ ਆਪਣੀ ਮੂਵਮੈਂਟ ਅਲੱਗ-ਅਲੱਗ ਤਰ੍ਹਾਂ ਦੀਆਂ ਉਹ ਕਰਦੀਆਂ। ਇਹ ਵੀ ਇੱਕ ਕੁਦਰਤ ਦੇ ਵਿੱਚ, ਈਕੋਸਿਸਟਮ ਦੇ ਵਿੱਚ ਅਲੱਗ ਤਰ੍ਹਾਂ ਦੀ ਬਖਸ਼ਿਸ਼ ਪ੍ਰਮਾਤਮਾ ਨੇ ਜਿਹੜੀ ਉਹ ਦਿੱਤੀ ਹੈ। ਔਰ ਜਿਹੜੇ ਪੰਛੀ ਹੈ ਉਹ ਆਲ੍ਹਣੇ ਬਣਾਉਂਦੇ ਆ, ਜਦੋਂ ਉਹਨਾਂ ਨੇ ਅੰਡੇ ਦੇਣੇ ਹੁੰਦੇ ਉਹਨਾਂ 'ਚ ਇੰਸਟਿੰਕਟ ਹੁੰਦੀ ਹੈ ਕਿ ਆਲ੍ਹਣੇ ਬਣਾਏ ਜਾਣ। ਔਰ ਇਹ 'ਚ ਮੈਂ ਦੋ ਉਦਾਹਰਨ ਦੇਵਾਂਗਾ। ਇੱਕ ਤਾਂ ਬੀਵਰ ਬਰਡ ਹੈ, ਜਿਹਨੂੰ ਬਿਜੜਾ ਕਹਿੰਦੇ ਜਾਂ ਬੈ ਕਹਿੰਦੇ ਆ, ਉਹ ਇੰਨਾ ਖੂਬਸੂਰਤ ਆਲ੍ਹਣਾ ਬਣਾਉਂਦਾ ਕਿ ਇੱਕ ਅੱਛਾ ਕਾਰੀਗਰ ਵੀ ਉਸ ਤਰ੍ਹਾਂ ਦਾ ਨਹੀਂ ਬਣਾ ਸਕਦਾ। ਬੀਵਰ ਬਰਡ ਇੱਕ ਹੈਗਾ ਔਰ ਇੱਕ ਬੀਵਰ ਜਾਨਵਰ ਵੀ ਹੈਗਾ, ਮੈਂ ਉਹਨਾਂ ਦੀ ਵੀ ਗੱਲ ਕਰਾਂਗਾ, ਉਸ ਜਾਨਵਰ ਦੀ ਵੀ ਗੱਲ ਕਰਾਂਗਾ। ਤੇ ਇਸ ਤਰ੍ਹਾਂ ਅਲੱਗ-ਅਲੱਗ ਕੁਆਲਿਟੀ ਜਿਹੜੀ ਆ ਉਹਨਾਂ ਨੇ ਬਣਾਈ ਹੈ। ਹੁਣ ਬੀਵਰ, ਜਦੋਂ ਮੈਂ ਜਾਨਵਰ ਦੀ ਗੱਲ ਕਰਦਾ, ਉਹ ਇਹ ਹੈ ਕਿ ਇੱਕ ਬੀਵਰ ਡੈਮ ਬਣਾਉਂਦਾ। ਬੀਵਰ ਇੱਕ ਇਸ ਤਰ੍ਹਾਂ ਦਾ ਜਾਨਵਰ ਆ ਜਿਹੜਾ ਰਾਤ ਨੂੰ ਨਿਕਲਦਾ, ਨੋਕਟਰਨਲ ਆ, ਔਰ ਇਹ ਜਿਹੜੇ ਦਰਖਤ ਹੈਗੇ ਆ ਉਹਨਾਂ ਦੇ ਤਣਿਆਂ ਨੂੰ, ਉਹਨਾਂ ਦੀਆਂ ਟਹਿਣੀਆਂ ਨੂੰ ਕੁਤਰਦਾ ਔਰ ਉਹਨਾਂ ਦਾ ਜਿਹੜਾ ਬਾਰਕ ਹੈਗਾ, ਉਹਨਾਂ ਦਾ ਛਿਲਕਾ ਉਹਨੂੰ ਖਾਂਦਾ, ਉਹਦੇ ਪੱਤੇ ਖਾਂਦਾ। ਤੇ
ਉਹ ਕੀ ਕਰਦਾ ਕਿ ਸਾਰੇ ਕੁਤਰ ਕੇ ਸਮਾਨ ਚੱਕ ਕੇ ਜਿੱਥੇ ਉਹਨਾਂ ਦਾ ਇੱਕ ਪੌਂਡ ਹੁੰਦਾ, ਪੌਂਡ ਦੇ ਵਿੱਚ ਉਹ ਇੱਕ ਡੈਮ ਬਣਾ ਦਿੰਦਾ, ਇਹਨੂੰ ਇੰਪਾਊਂਡਮੈਂਟ ਵੀ ਕਹਿੰਦੇ ਆ। ਉਸ ਡੈਮ ਦੇ ਵਿੱਚ ਉਹ ਕਈ ਤਰੀਕਿਆਂ ਦਾ ਫਾਇਦਾ ਉਸ ਡੈਮ ਬਣਾ ਕੇ ਲੈਂਦਾ। ਉਹਦੇ 'ਚ ਇੱਕ ਤਾਂ ਉਹ ਰਹਿ ਸਕਦਾ, ਦੂਸਰਾ ਜਿਹੜੇ ਭਾਲੂ ਹੈਗੇ ਆ ਜਾਂ ਜਿਹੜੇ ਹੈਗੇ ਆ ਹੋਰ ਗਿੱਦੜ ਜਾਂ ਹੋਰ ਜਾਨਵਰ ਜਿਹੜੇ ਆਉਂਦੇ ਜੰਗਲ ਦੇ ਵਿੱਚ, ਉਹਨਾਂ ਤੋਂ ਆਪਣੇ ਆਪ ਨੂੰ ਬਚਾ ਕਰਦਾ, ਆਪਣਾ ਭੋਜਨ ਨੂੰ ਸਟੋਰ ਕਰਕੇ ਰੱਖ ਸਕਦਾ, ਔਰ ਈਕੋਸਿਸਟਮ ਦੇ ਵਿੱਚ ਜਿਹੜਾ ਇੰਬੈਲੈਂਸ ਹੋਣ ਵਾਲਾ ਪ੍ਰੀਡੇਸ਼ਨ ਦੇ ਨਾਲ ਉਸ ਨੂੰ ਬਚਾ ਕਰਨ ਵਾਸਤੇ ਆਪਣੇ ਆਪ ਨੂੰ ਐਡਜਸਟ ਕਰਦਾ। ਅਤੇ ਇਸੇ ਤਰ੍ਹਾਂ ਹੀ ਉਹ ਕੋਈ ਉਹਨਾਂ ਕੋਲ ਕਰੇਨ ਨਹੀਂ ਹੈ, ਕੁਤਰ ਕੇ ਵੱਡੇ ਦਰਖਤਾਂ ਨੂੰ ਉਹ ਇਸਤੇਮਾਲ 'ਚ ਲਿਆਉਂਦਾ, ਕੋਈ ਉਹਨਾਂ ਕੋਲ ਸਾਜੋ ਸਮਾਨ ਨਹੀਂ ਹੈ, ਇੱਕ ਪਰਫੈਕਟ ਇੰਜੀਨੀਅਰਿੰਗ ਦੀ ਤਰ੍ਹਾਂ ਉਹ ਕੰਮ ਕਰਦਾ। ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਦਾਹਰਣ ਹੈ ਕਿ ਕੁਦਰਤ ਨੇ ਉਹਨਾਂ ਨੂੰ ਐਸੀ ਇੰਸਟਿੰਕਟ ਬਖਸ਼ੀ ਹੈ। ਅਤੇ ਇਸੇ ਤਰ੍ਹਾਂ ਅਗਲਾ ਜਿਹੜਾ ਕਰੈਕਟਰ ਹੈਗਾ ਕਿ ਡਾਇਨਾਮਿਜ਼ਮ ਅਤੇ ਐਡਜਸਟਮੈਂਟ। ਹਰ ਈਕੋਸਿਸਟਮ ਦੇ ਵਿੱਚ ਡਾਇਨਾਮਿਜ਼ਮ ਹੁੰਦਾ, ਕਹਿੰਦਾ ਮਤਲਬ ਗਤੀਸ਼ੀਲਤਾ ਹੁੰਦੀ ਹੈ, ਔਰ ਆਪਣੇ ਆਪ ਨੂੰ ਉਹ ਵਿਵਸਥਿਤ ਕਰਦਾ। ਅਤੇ ਜੇ ਆਪਾਂ ਉਦਾਹਰਨ ਦਈਏ, ਇੱਕ ਪੱਤੇ, ਜਿਹੜੇ ਪੱਤੇ ਹੈ, ਆ ਹੁਣ ਮੇਰੇ ਕੋਲ ਪੱਤਾ ਹੈ, ਮੈਂ ਦੱਸਦਾ ਪੱਤੇ ਦਾ ਜਿਹੜਾ ਐਂਗਲ ਹੈ ਕਿ ਉਹ ਕੁਦਰਤ ਨੇ ਉਸਨੂੰ ਇਸ ਤਰ੍ਹਾਂ ਤਰੀਕਾ ਬਖਸ਼ਿਆ ਕਿ ਕਿਸ ਤਰ੍ਹਾਂ ਦਾ ਉਹ ਐਂਗਲ ਹੈ ਤਾਂ ਕਿ ਸੂਰਜ ਦੀ ਰੋਸ਼ਨੀ ਨੂੰ ਮੈਕਸੀਮਮ ਉਹ ਪੈਨੀਟਰੇਟ ਵਿੱਚ ਹੋ ਸਕੇ ਔਰ ਫੋਟੋਸਿੰਥੇਸਿਸ ਹੋ ਸਕੇ, ਫੋਟੋਸਿੰਥੈਟਿਕ ਐਕਟਿਵ ਰੇਡੀਏਸ਼ਨ ਇਹਦੇ ਵਿੱਚ ਆ ਸਕੇ ਤਾਂ ਕਿ ਆਪਣਾ ਭੋਜਨ ਇਹ ਆਪ ਬਣਾ ਸਕੇ। ਔਰ ਵੱਖ ਸਿਚੁਏਸ਼ਨ ਦੇ ਹਿਸਾਬ ਨਾਲ ਜੇ ਲਾਈਟ ਘੱਟ ਆ ਤਾਂ ਐਂਗਲ ਉਸ ਹਿਸਾਬ ਨਾਲ ਚੇਂਜ ਹੋ ਜਾਂਦਾ, ਜੇ ਲਾਈਟ ਜ਼ਿਆਦਾ ਹੈ ਤਾਂ ਐਂਗਲ ਉਸ ਹਿਸਾਬ ਨਾਲ ਹੋ ਜਾਂਦਾ, ਤਾਂ ਕਿ ਜਿੰਨੀ ਉਹਨਾਂ ਨੂੰ ਰੋਸ਼ਨੀ ਦੀ ਲੋੜ ਹੈ ਉਹ ਲਿਆ ਸਕਣ। ਇਸੇ ਤਰ੍ਹਾਂ ਹੀ ਪੌਦਿਆਂ ਦੇ ਵਿੱਚ ਫੋਟੋਟ੍ਰੋਪਿਜ਼ਮ ਹੈ, ਲਾਈਟ ਵੱਲ ਨੂੰ ਜਾਂਦੇ ਹੈ, ਔਰ ਜੜ੍ਹਾਂ ਦੇ ਵਿੱਚ ਨੈਗੇਟਿਵ ਫੋਟੋਟ੍ਰੋਪਿਜ਼ਮ ਹੈ ਜਾਂ ਜੀਓਟ੍ਰੋਪਿਜ਼ਮ ਹੈ, ਉਹ ਇਸ ਤਰ੍ਹਾਂ ਜਾਂਦੇ ਆ। ਫੰਗਸ ਦੇ ਵਿੱਚ ਟੈਕਟਿਕ ਜਿਹੜੀ ਮੂਵਮੈਂਟ ਹੁੰਦੀ ਹੈ ਕਿ ਕੈਮੀਕਲਸ ਦੇ ਨਾਲ ਉਹ ਕਈ ਵਾਰੀ ਗਵਰਨ ਹੁੰਦੀ ਹੈ। ਜੇ ਬੀਜ ਨੂੰ ਆਪਾਂ ਬੀਜਦੇ ਹਾਂ ਅਤੇ ਜੜ੍ਹਾਂ ਜਿਹੜੀਆਂ ਹੈ ਪੁੰਗਰ ਦੀਆਂ ਜੜ੍ਹਾਂ ਕਿੱਧਰ ਨੂੰ ਜਾਣੀਆਂ, ਤਣਾ ਕਿੱਧਰ ਨੂੰ ਜਾਣਾ, ਇਹ ਸਾਰਾ ਕੁਛ ਉਹਨਾਂ ਦੀ ਲੋੜ ਦੇ ਮੁਤਾਬਕ ਜਿਹੜਾ ਹੁੰਦਾ ਹੈ। ਇਸ ਤਰ੍ਹਾਂ ਕੁਛ ਹਾਰਟੀਕਲਚਰ ਦੇ ਵਿੱਚ ਆਪਾਂ ਬੂਟੇ ਵਧਾਉਣ ਵਾਸਤੇ ਇੱਕ ਕਟਿੰਗਸ ਲਾਈ ਦੀਆਂ, ਜਿਹੜੀਆਂ ਕਟਿੰਗਸ ਜਦੋਂ ਲਾਉਂਦੇ ਆ, ਜਦੋਂ ਕਟਿੰਗਸ ਨੂੰ ਰੇਤਾ ਦੇ ਵਿੱਚ ਜਾਂ ਮੀਡੀਅਮ ਦੇ ਵਿੱਚ ਉਹ ਰਿਕੁਆਇਰਮੈਂਟ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਅਤੇ ਜੜ੍ਹਾਂ ਚੱਲ ਪੈਂਦੀਆਂ। ਅਤੇ ਇਸੇ ਤਰ੍ਹਾਂ ਹੀ ਜੇ ਬੂਟੇ ਨੂੰ ਆਪਾਂ ਉੱਪਰੋਂ ਦਰਖਤ ਨੂੰ ਵੱਢ ਦਈਏ, ਸਾਈਡ ਬ੍ਰਾਂਚਸ ਹੋ ਜਾਂਦੀਆਂ, ਇਹਨੂੰ ਕਹਿੰਦੇ ਏਪੀਕਲ ਡੋਮੀਨੈਂਸ। ਅਤੇ ਜੇ ਆਪਾਂ ਸਾਈਡ ਵਾਲੇ ਨੂੰ ਕੱਟ ਦਈਏ, ਬੂਟਾ ਤਾਂ ਨੂੰ ਜਾਈ ਜਾਂਦਾ, ਬੂਟੇ ਨੂੰ ਸ਼ੇਪ ਦਿੱਤੀ ਜਾ ਸਕਦੀ ਹੈ। ਕੁਦਰਤ ਨੇ ਬਖਸ਼ਿਸ਼ ਕੀਤੀ ਹੈ ਲਾਈਫ ਨੂੰ ਕਿ ਤੁਸੀਂ ਆਪਣੇ ਆਪ ਦਾ ਬਚਾਅ ਕਿਸ ਤਰ੍ਹਾਂ ਕਰਨਾ। ਇਸ ਤਰ੍ਹਾਂ ਹਰ ਸੈੱਲ ਦੇ ਵਿੱਚ ਸਾਡੀ ਬਾਡੀ ਜਿਹੜੀ ਹੈ ਉਹ ਟਿਸ਼ੂ ਅਤੇ ਸੈੱਲਸ ਦੀ ਬਣੀ ਹੋਈ ਹੈ। ਹਰ ਸੈੱਲ ਇੱਕ ਟੋਟੀਪੋਟੈਂਟ ਹੈ। ਇਹ ਜਿਹੜੀ ਟੋਟੀਪੋਟੈਂਸੀ ਹੈ, ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਸੈੱਲ 'ਚ ਐਸੀ ਕੁਆਲਿਟੀ ਹੈ ਕਿ ਜੇ ਇਹਨੂੰ ਪੂਰੀਆਂ ਰਿਕੁਆਇਰਮੈਂਟਸ ਮਿਲ ਜਾਣ ਤਾਂ ਇਹ ਕੁਛ ਕਰ ਸਕਦਾ। ਇਹ ਬੇਸ ਬਣਿਆ ਟਿਸ਼ੂ ਕਲਚਰ ਦਾ। ਜਿਸ ਵੇਲੇ ਕਿਸੇ ਟਿਸ਼ੂ ਨੂੰ ਅਸੀਂ ਲੈ ਕੇ ਆਪਾਂ ਇਨ ਵਿਟਰੋ ਉਹਨੂੰ ਉਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਪ੍ਰੋਟੋਕੋਲਸ ਬਣੇ ਹੋਏ ਆ, ਉਹਨਾਂ ਨੂੰ ਉਹ ਸਾਰਾ ਨਿਊਟ੍ਰੀਸ਼ਨ ਉਹਨਾਂ ਦੇ ਗਰੋਥ ਰੈਗੂਲੇਟਰਸ, ਉਹਨਾਂ ਦੇ ਹਾਰਮੋਨਸ ਉਹਨਾਂ ਨੂੰ ਦਿੱਤੇ ਜਾਂਦੇ ਆ ਅਤੇ ਉਹ ਪੂਰੇ ਦਾ ਪੂਰਾ ਕੈਲਸ ਬਣ ਜਾਂਦਾ। ਕੈਲਸ ਤੋਂ ਆਪਾਂ ਡਿਫਰੈਂਸੀਏਸ਼ਨ ਕਰਕੇ ਪੂਰਾ ਬੂਟਾ ਬਣਾ ਸਕਦੇ ਹਾਂ। ਕੈਨੇਡਾ ਦੇ ਵਿੱਚ ਮੈਂ ਜਾ ਕੇ ਆਇਆ ਅਤੇ ਉੱਥੇ ਮੈਂ ਦੇਖਿਆ ਕਿ ਜਿਸ ਵੇਲੇ ਸਤੰਬਰ ਦਾ ਮਹੀਨਾ ਆਉਂਦਾ ਅਤੇ ਫਾਲ ਦਾ ਸੀਜ਼ਨ ਹੁੰਦਾ, ਫਾਲ ਦੇ ਸੀਜ਼ਨ ਦੇ ਵਿੱਚ ਬੂਟਿਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਹੁਣ ਠੰਡ ਆਉਣ ਵਾਲੀ ਹੈ, ਉਹਨਾਂ ਦਾ ਰੰਗ ਚੇਂਜ ਹੋ ਜਾਂਦਾ, ਐਂਥੋਸਾਇਨਨ ਬਿਲਡਅਪ ਹੋ ਜਾਂਦਾ, ਉਹਨਾਂ 'ਚ ਅਬਸਿਸ਼ਨ ਹੋ ਜਾਂਦੀ ਹੈ, ਹੌਲੀ ਉਹ ਪੱਤੇ ਝੜ ਜਾਂਦੇ ਆ, ਝੜ ਕੇ ਆਪਣੇ ਆਪ ਨੂੰ ਉਹ ਐਡਜਸਟ ਕਰਦੇ ਆ ਤਾਂ ਕਿ ਠੰਡ ਦੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕੇ। ਫਿਰ ਜਿਸ ਵੇਲੇ ਸਪਰਿੰਗ ਯਾਨੀ ਕਿ ਜਿਹੜਾ ਹੈਗਾ ਬਹਾਰ ਦਾ ਮੌਸਮ ਆਉਣਾ, ਉਸ ਵੇਲੇ ਉਹਨਾਂ ਦੀ ਬੱਡ ਬ੍ਰੇਕ ਜਿਹੜੀ ਹੁੰਦੀ ਹੈ, ਉਹਨਾਂ ਦੇ ਵਿੱਚੋਂ ਦੁਬਾਰਾ ਪੱਤੇ ਨਿਕਲ ਆਉਂਦੇ ਆ, ਫਿਰ ਉਹ ਖੂਬਸੂਰਤੀ ਜਿਹੜੀ ਉਹ ਮੰਨਣ ਲੱਗ ਜਾਂਦੇ ਆ ਔਰ ਉਹਨਾਂ ਦੇ ਵਿੱਚ ਜਿਹੜੀ ਇਹ ਸੈਪ ਹੈ ਉਹ ਚੱਲਣ ਲੱਗ ਜਾਂਦੀ ਹੈ, ਤਾਂ ਕਿ ਇਹ ਕੁਦਰਤ ਨੇ ਐਸਾ ਮੈਕੈਨਿਜ਼ਮ ਬਣਾਇਆ। ਔਰ ਇਸੇ ਤਰ੍ਹਾਂ ਹੀ ਸਮੁੰਦਰ ਦੇ ਵਿੱਚ ਬੇਸ਼ੁਮਾਰ ਬਹੁਤ ਵੱਡਾ ਈਕੋਸਿਸਟਮ ਹੈ ਅਤੇ ਉਹਦੇ ਵਿੱਚ ਮੱਛੀਆਂ ਜਿਹੜੀਆਂ ਛੋਟੇ ਜਾਨਵਰ ਹੈ, ਉਹ ਮੱਛੀਆਂ ਵੱਡੇ ਜਾਨਵਰਾਂ ਦੇ ਹਮਲੇ ਤੋਂ ਬਚਣ ਲਈ ਕੀ ਕਰਦੀਆਂ ਕਿ ਇਕੱਠੀਆਂ ਹੋ ਜਾਂਦੀਆਂ, ਇਕੱਠੀਆਂ ਹੋ ਕੇ ਆਪਣੇ ਆਪ ਨੂੰ ਐਸੀ ਸ਼ੇਪ ਬਣਾ ਲੈਂਦੀਆਂ ਕਿ ਵੱਡੀ ਮੱਛੀ ਦੀ, ਔਰ ਉਹਨੂੰ ਸੁਪਰਫਿਸ਼ ਜਾਂ ਸੁਪਰ ਆਰਗੈਨਿਜ਼ਮ ਜਿਹੜਾ ਉਹ ਬਣਾ ਲੈਂਦੀਆਂ। ਔਰ ਇਸ ਤਰ੍ਹਾਂ ਜਦੋਂ ਇਹ ਕਰਦੀਆਂ ਅਤੇ ਆਪਣੇ ਜਿਹੜੇ ਦੁਸ਼ਮਣ ਹੈ ਉਸ ਤੋਂ ਬਚ ਸਕਦੀਆਂ, ਦੁਸ਼ਮਣ ਨੂੰ ਐਂ ਲੱਗਦਾ ਕਿ ਵੱਡਾ ਜਾਨਵਰ ਆ ਰਿਹਾ। ਇਸੇ ਤਰ੍ਹਾਂ ਹੀ ਜਦੋਂ ਗਰੁੱਪ ਦੇ ਵਿੱਚ ਛੋਟੇ ਜਿਹੜੇ ਸੈਗਮੈਂਟ ਹੈ ਜਾਂ ਛੋਟੀਆਂ ਮੱਛੀਆਂ ਹੈ, ਉਹ ਜਦੋਂ ਐਕਟ ਕਰਦੀਆਂ ਅਤੇ ਉਹ ਰੂਲ ਫੋਲੋ ਕਰਦੀਆਂ। ਉਹ ਸਵਿਮਿੰਗ ਦੇ ਰੂਲ ਜਿਹੜੇ ਆ ਉਹ ਸਮੁੰਦਰ 'ਚ ਫੋਲੋ ਕੀਤੇ ਜਾਂਦੇ ਆ ਤਾਂ ਕਿ ਆਪਾਂ ਉਹ ਚੀਜ਼ ਕਰੀਏ ਜਿਹੜੇ ਸਾਡੇ ਗੁਆਂਢੀ ਆ, ਇਮੀਡੀਏਟਲੀ ਨੇੜੇ ਆ ਸਾਡਾ ਜਿਹੜਾ ਹੋਰ ਮੱਛੀ ਆ, ਉਹਦੇ ਹਿਸਾਬ ਦੇ ਨਾਲ ਉਹ ਸਹੀ ਹੋਵੇ। ਅਤੇ ਇਸੇ ਤਰ੍ਹਾਂ ਹੀ ਮਾਈਗਰੇਟਰੀ ਬਰਡ ਜਿਹੜੇ ਦੂਰੋਂ ਸਾਈਬੇਰੀਆ ਤੋਂ ਆਉਂਦੇ ਆ, ਉਹ ਵੀ ਰੂਲ ਫੋਲੋ ਕਰਦੇ ਆ। ਅਤੇ ਓਵਰਆਲ ਜਿਹੜਾ ਸਿਸਟਮ ਦਾ ਜਿਹੜਾ ਕਿਸ ਤਰ੍ਹਾਂ ਉਹ ਬਿਹੇਵ ਕਰਦਾ, ਕਿਸ ਤਰ੍ਹਾਂ ਉਹ ਵਿਚਰਦਾ, ਉਹ ਜਿਹੜੇ ਛੋਟੀਆਂ ਗੱਲਾਂ ਹੈ ਸਾਰਿਆਂ ਦਾ ਇਕੱਠ ਹੋ ਕੇ
ਇਕੱਠੇ ਰੂਪ ਦੇ ਵਿੱਚ ਉਹ ਵਿਚਰਦਾ ਹੈਗਾ। ਤੇ ਜਿਹੜਾ ਹੈ ਨੇਚਰ ਹੈ, ਕੁਦਰਤ ਨੇ ਹਰ ਚੀਜ਼ ਨੂੰ ਇਹ ਕੁਆਲਿਟੀ ਬਖਸ਼ੀ ਹੈ ਕਿ ਆਪਣੇ ਆਪ ਨੂੰ ਸਿਚੁਏਸ਼ਨ ਦੇ ਹਿਸਾਬ ਨਾਲ ਐਡਜਸਟ ਕਰ ਸਕੇ, ਔਰ ਇੱਕ ਬਹੁਤ ਵੱਡਾ ਬਫਰ ਜਿਹੜਾ ਉਹਨੂੰ ਉਹ ਦਿੱਤਾ ਹੈ। ਤੇ ਜਦੋਂ ਮੈਂ ਹੁਣ ਦਿੱਤੀ ਕਿ ਰੂਲ ਫੋਲੋ ਕੀਤੇ ਜਾਂਦੇ ਆ, ਇਹ ਰੂਲ ਹੈਗੇ ਕੋਹੀਜ਼ਨ ਦੇ, ਕਿ ਅਸੀਂ ਜਿਹੜਾ ਹੈਗਾ ਕਿ ਸਾਡੇ ਨੇੜੇ ਜਿਹੜਾ ਕੋਈ ਜਾ ਰਿਹਾ ਸਾਡਾ ਸਾਥੀ, ਉਹਦੇ ਹਿਸਾਬ ਦੇ ਨਾਲ ਉਹਦੇ ਨਾਲ ਹੀ ਰਹਿਣਾ, ਕੋਹੀਜ਼ਨ ਦੇ ਨਾਲ ਚੱਲਣਾ। ਅਲਾਈਨਮੈਂਟ, ਕਿ ਆਪਾਂ ਉਸੇ ਦਿਸ਼ਾ ਨੂੰ ਜਾਣਾ ਜਿਸ ਦਿਸ਼ਾ ਨੂੰ ਉਹ ਜਾ ਰਿਹਾ। ਸੈਪਰੇਸ਼ਨ, ਬਹੁਤਾ ਉਹਦੇ ਨੇੜੇ ਵੀ ਨਹੀਂ ਜਾਣਾ, ਉਹ ਤੋਂ ਕੁਛ ਘੱਟ ਤੋਂ ਘੱਟ ਜਿਹੜਾ ਦੂਰੀ ਆ ਉਹ ਬਣਾ ਕੇ ਰੱਖਣੀ ਹੈ। ਤੇ ਪ੍ਰੀਡੇਸ਼ਨ ਅਵੋਇਡੈਂਸ, ਕਿ ਇੰਨਾ ਨੇੜੇ ਵੀ ਨਹੀਂ ਉਹਦੇ ਹੋਣਾ ਕਿ ਉਹ ਸਾਨੂੰ ਹੀ ਖਾ ਜਾਏ। ਤੇ ਇਸ ਤਰ੍ਹਾਂ ਆਬਸਟੈਕਲ ਅਵੋਇਡੈਂਸ, ਜੇ ਸਾਡੇ ਸਾਹਮਣੇ ਕੋਈ ਮੁਸ਼ਕਲ ਆ ਜਾਂਦੀ ਹੈ, ਕੋਈ ਸਾਡੇ ਔਕੜ ਸਾਹਮਣੇ ਆ ਜਾਂਦੀ ਹੈ, ਤਾਂ ਉਹ ਤੋਂ ਪਰੇ ਨੂੰ ਹੋ ਜਾਣਾ। ਤੇ ਐਡਵਰਸ ਕੰਡੀਸ਼ਨ ਜਿਹੜੇ ਸਾਡੇ ਹਾਲਾਤ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਤੋਂ ਵੀ ਆਪਣਾ ਆਪ ਬਚਾ ਰੱਖਣਾ। ਹੁਣ ਬੂਟਿਆਂ ਨੂੰ ਜਦੋਂ ਖਾਦ ਪੂਰੀ ਨਾ ਮਿਲੇ, ਗਰਮੀ ਬਹੁਤ ਜ਼ਿਆਦਾ ਹੋ ਜਾਏ, ਤਾਂ ਇਹ ਦੇਖਿਆ ਗਿਆ ਕਿ ਉਹ ਰੀਪਰੋਡਕਸ਼ਨ ਫੇਸ ਵਿੱਚ ਐਂਟਰ ਕਰ ਜਾਂਦੀਆਂ ਤਾਂ ਕਿ ਆਪਣੇ ਆਪ ਨੂੰ ਸਰਵਾਈਵ ਕਰ ਸਕਣ। ਤੇ ਆਪਾਂ ਨੂੰ ਇਹ ਸਭ ਚੀਜ਼ਾਂ ਸਮਝਣ ਦਾ ਮਤਲਬ ਇਹ ਹੈ ਕਿ ਕੁਦਰਤ ਨੇ, ਪਰਮਾਤਮਾ ਨੇ ਇਹ ਸਾਡੇ ਜਿਹੜੇ ਈਕੋਸਿਸਟਮ ਦੇ ਵਿੱਚ ਜਿਹੜੇ ਕੰਪੋਨੈਂਟ ਹੈ, ਉਹਨਾਂ ਨੂੰ ਜਿਉਂਦਾ ਰੱਖਣ ਵਾਸਤੇ ਇਨਸਟਿੰਕਟ ਪੈਦਾ ਕੀਤੀ ਹੈ, ਉਹਨਾਂ 'ਚ ਆਰਗੇਨਾਈਜੇਸ਼ਨ ਪੈਦਾ ਕੀਤੀ ਹੈ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਈਕੋਸਿਸਟਮ ਦੀ ਸਹਾਇਤਾ ਕਰੀਏ, ਉਹਨੂੰ ਸੰਭਾਲ ਕਰੀਏ, ਉਹਨੂੰ ਨੁਕਸਾਨ ਨਾ ਪਹੁੰਚਾਈਏ। ਬੰਦਾ ਇੱਕ ਐਸਾ ਕ੍ਰੀਏਚਰ ਹੈ ਕਿ ਜਿਸ ਨੇ ਬਹੁਤ ਨੁਕਸਾਨ ਕੀਤਾ, ਜਿਹੜਾ ਚੰਗੀ ਗੱਲ ਨਹੀਂ ਹੈ। ਤੇ ਇਹਨਾਂ ਨੇ ਸਮੁੰਦਰ, ਔਰ ਜਿਹੜਾ ਸਮੁੰਦਰ ਵੱਲ ਨੂੰ ਜਾ ਰਹੇ ਦਰਿਆ ਹੈਗੇ ਆ, ਦਰਿਆਵਾਂ ਦੇ ਪਾਣੀ ਨੂੰ ਰੋਕ ਲਿਆ। ਔਰ ਇਸ ਤਰ੍ਹਾਂ ਸਾਡੇ ਪੋਲਿਊਸ਼ਨ ਇੰਨੀ ਜ਼ਿਆਦਾ ਫੈਲ ਗਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਕਿ ਸਾਡੀ ਸਨਲਾਈਟ ਜਿਹੜੀ ਉਹ ਘੱਟ ਆਉਂਦੀ ਹੈ। ਆਪਾਂ ਕਈ ਵਾਰੀ ਦੇਖਦੇ ਹਾਂ ਤਾਰੇ ਨਹੀਂ ਦੇਖ ਸਕਦੇ, ਸਕਾਈ ਧੁੰਦਲਾ ਨਜ਼ਰ ਆਉਂਦਾ, ਇਹ ਸਾਡਾ ਪੋਲਿਊਸ਼ਨ ਕਰਕੇ ਹੈ। ਇਸ ਤਰ੍ਹਾਂ ਅਸੀਂ ਦਰਖਤ ਵੱਢ ਦਿੱਤੇ, ਡੀਫੋਰੈਸਟੇਸ਼ਨ ਹੋ ਗਈ। ਇਸੇ ਤਰ੍ਹਾਂ ਹੀ ਸਾਡੇ ਪਾਣੀ ਦੀਆਂ ਜਿਹੜੀਆਂ ਬਾਡੀਜ਼ ਆ, ਵਾਟਰ ਬਾਡੀਜ਼, ਉਹਦੇ ਵਿੱਚ ਐਗਰੀਕਲਚਰ ਦੇ ਵਿੱਚ ਵੀ ਔਰ ਕੈਮੀਕਲ ਯੂਜ਼ ਕਰਕੇ, ਔਰ ਫੈਕਟਰੀਆਂ ਦੇ ਜਿਹੜੇ ਫਲੂਐਂਟਸ ਉਹ ਪਾਣੀ ਦੇ ਵਿੱਚ ਲਿਆ ਕੇ, ਉਹਦੇ ਨਾਲ ਬਹੁਤ ਜਿਹੜਾ ਨੁਕਸਾਨ ਹੋਇਆ। ਇਸੇ ਤਰ੍ਹਾਂ ਹੀ ਜੈਨੇਟਿਕ ਇੰਜੀਨੀਅਰਿੰਗ ਕਰਕੇ ਅਸੀਂ ਜੀਨਸ ਨੂੰ ਸਪੇਸ ਤੇ ਟਾਈਮ ਦੇ ਹਿਸਾਬ ਨਾਲ ਬੂਟਿਆਂ ਦੇ ਵਿੱਚ, ਹੋਰਨਾਂ ਜੈਵਿਕ ਚੀਜ਼ਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਕੁਦਰਤ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਲਾਂਟ ਬਰੀਡਿੰਗ ਨੇ ਚੰਗੀਆਂ ਕਿਸਮਾਂ ਕੱਢੀਆਂ, ਉਹ ਤਾਂ ਚਲੋ ਠੀਕ ਹੈ, ਲੇਕਿਨ ਜੇ ਆਪਾਂ ਕਲੋਨਿੰਗ ਕਰਨੀ ਹੈ ਔਰ ਜੈਨੇਟਿਕਲੀ ਇੰਜੀਨੀਅਰਡ ਕ੍ਰੌਪਸ ਜਾਂ ਹੋਰ ਜਾਨਵਰ ਪੈਦਾ ਕਰਨੇ ਆ, ਤਾਂ ਉਹਨਾਂ ਦੇ ਆਪਣੇ ਤਰ੍ਹਾਂ ਦੇ ਪ੍ਰਭਾਵ ਆ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਹੈ। ਔਰ ਇਹ ਦੇਖਿਆ ਗਿਆ ਕਿ ਕੁਦਰਤ ਦੇ ਵਿੱਚ ਜੇ ਆਪਾਂ ਕਿਸੇ ਇੱਕ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੀਦੀ ਤਾਂ ਦੂਸਰੀ ਉੱਭਰ ਜਾਂਦੀ ਹੈ। BT ਕਾਟਨ ਹੋਈ ਹੈ ਕਿ ਆਪਾਂ ਹੈਲੀਓਥਸ ਆਰਮੀਗੇਰਾ, ਔਰ ਜਿਹੜਾ ਬੋਲਵਰਮ ਕਪਾਹ ਨੂੰ ਜਿਹੜਾ ਨੁਕਸਾਨ ਪਹੁੰਚਾਉਂਦਾ ਸੀਗਾ, ਤੇ ਉਸ ਨੂੰ ਰੋਕਣ ਲਈ BT ਕਾਟਨ ਪੈਦਾ ਕੀਤੀ। ਲੇਕਿਨ ਜਦੋਂ BT ਕਾਟਨ ਨਾਲ ਉਹ ਤਾਂ ਬਚ ਗਿਆ, ਲੇਕਿਨ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਸਕਿੰਗ ਪੈਸਟ ਉਹ ਉੱਭਰ ਕੇ ਆ ਗਏ, ਜੈਸਿਡ, ਐਫਿਡ, ਇਸ ਤਰ੍ਹਾਂ ਦੇ ਲੀਫ ਕਰਲ। ਤੇ ਇਹ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਿ ਕੁਦਰਤ ਨੇ ਬੈਲੈਂਸ ਰੱਖਣ ਦੀ ਕੋਸ਼ਿਸ਼ ਕਰਦਾ। ਤੇ ਜੇ ਆਪਾਂ ਟੈਂਪਰ ਕਰਾਂਗੇ ਕੁਦਰਤ ਨੂੰ, ਕਿਸੇ ਵੀ ਇੱਕ ਕੰਪੋਨੈਂਟ ਦਾ ਟੈਂਪਰ ਕਰਾਂਗੇ, ਇਸ ਧਰਤੀ ਦੇ ਉੱਤੇ, ਇਸ ਗ੍ਰਹਿ ਦੇ ਉੱਤੇ, ਆਪਾਂ ਨੀਲੇ ਗ੍ਰਹਿ ਦੇ ਉੱਤੇ ਕੋਈ ਟੈਂਪਰਿੰਗ ਕਰਾਂਗੇ ਕੁਦਰਤ ਦੀ, ਤਾਂ ਸਾਨੂੰ ਸਾਰਿਆਂ ਨੂੰ ਹੀ ਉਹਦਾ ਜਿਹੜਾ ਹੈ ਖਮਿਆਜਾ ਭੁਗਤਣਾ ਪਏਗਾ, ਔਰ ਅਸੀਂ ਸਾਰੇ ਸਫਰ ਕਰਾਂਗੇ। ਤੇ ਇਹ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਤੇ ਆਪਾਂ ਹੁਣ ਇਹ ਗੱਲ ਯਾਦ ਰੱਖੀਏ ਕਿ ਜੇ ਸਾਡੇ ਈਕੋਸਿਸਟਮ ਦਾ ਹੈਲਥ ਸਹੀ ਹੈ ਤਾਂ ਸਾਡਾ ਹੈਲਥ ਸਹੀ ਹੈ, ਸਾਡਾ ਜੀਵਨ ਜਿਹੜਾ ਹੈ ਉਹ ਸਹੀ ਤਰੀਕੇ ਦੇ ਨਾਲ ਚੱਲ ਸਕਦਾ। ਕੁਦਰਤ ਤੋਂ ਬਿਨਾਂ ਕੋਈ ਹਿਊਮਨ ਦਾ ਕੋਈ ਮਤਲਬ ਨਹੀਂ ਹੈਗਾ, ਹਿਊਮੈਨਿਟੀ ਦਾ। ਔਰ ਜੇ ਬੰਦੇ ਨਹੀਂ ਹੈਗੇ ਤਾਂ ਇਕਨੋਮਿਕ ਸਿਸਟਮ ਸਾਡਾ ਕੋਈ ਨਹੀਂ ਹੋਏਗਾ। ਤੇ ਜੇ ਅਸੀਂ ਸਮਝਦੇ ਹਾਂ ਕਿ ਇਸ ਧਰਤੀ ਦੇ ਉੱਤੇ ਆਪਾਂ ਬਚਾਅ ਨਾ ਕਰੀਏ, ਮੰਨ ਲਓ ਅਸੀਂ 50% ਜਿਹੜਾ ਹੈ ਉਹ ਸੇਫਗਾਰਡ ਨਹੀਂ ਕਰਦੇ, ਤਾਂ ਇਹ ਐਸਟੀਮੇਟ ਹੋਇਆ ਕਿ ਤਕਰੀਬਨ 1 ਮਿਲੀਅਨ ਜਿਹੜੀਆਂ ਸਪੀਸ਼ੀਜ਼ ਹੈ ਉਹ ਨਸ਼ਟ ਹੋ ਜਾਣਗੀਆਂ, ਉਹ ਐਕਸਟਿੰਕਟ ਹੋ ਜਾਣਗੀਆਂ। ਤੇ ਇਹਦੇ ਨਾਲ ਕੀ ਹੋਊਗਾ, ਸਾਡਾ ਜਿਹੜਾ ਲਾਈਫ ਸਪੋਰਟ ਸਿਸਟਮ ਹੈਗਾ ਉਹ ਕੋਲੈਪਸ ਹੋਣ ਵੱਲ ਨੂੰ ਵੱਧ ਜਾਏਗਾ। ਔਰ ਸਾਡੀ ਜਿਹੜੀ ਕਾਰਬਨ ਡਾਈਆਕਸਾਈਡ ਤੋਂ ਹੋਰ ਕਈ ਤਰ੍ਹਾਂ ਦੇ ਕਾਰਬਨ ਪੋਲਿਊਸ਼ਨ ਇਸ ਵਾਤਾਵਰਣ ਦੇ ਵਿੱਚ ਹੈਗੇ ਆ, ਉਸ ਨੂੰ ਅਬਜ਼ੌਰਬ ਨਹੀਂ ਹੋ ਸਕਣਗੇ, ਉਹ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਤੇ ਜੇ ਸਾਡੇ ਜੰਗਲ, ਵਾਈਲਡ ਪਲੇਸਿਸ ਤੇ ਸਪੀਸ਼ੀਜ਼ ਸਾਰੀਆਂ ਇੰਟੈਕਟ ਹੈ ਤਾਂ ਸਭ ਕੁਝ ਠੀਕ ਰਹੇਗਾ। ਜੇ ਉਹ ਨਾ ਇੰਟੈਕਟ ਰਹੇ ਤਾਂ ਇਸ ਦੁਨੀਆ ਜਿਹੜੇ ਹੈ ਇੰਨਾ ਖਲਬਲੀ ਮਚ ਜਾਏਗੀ ਕਿ ਸਾਡੇ ਰਹਿਣ ਦੇ ਕਾਬਿਲ ਨਹੀਂ ਰਹੇਗਾ। ਇਸ ਕਰਕੇ ਸਾਨੂੰ ਈਕੋਸਿਸਟਮ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਕਰਨੀ ਬਹੁਤ ਜ਼ਰੂਰੀ ਹੈ। ਕਿ ਜੇ ਕਿਸੇ ਇੱਕ ਜਗ੍ਹਾ ਦੇ ਉੱਤੇ ਇਹ ਨਹੀਂ ਹੁੰਦਾ ਇੰਪੋਰਟੈਂਟ ਵੀ ਕਿੰਨੀਆਂ ਸਪੀਸ਼ੀਜ਼ ਉੱਥੇ ਹੈਗੀਆਂ, ਇਹ ਦੇਖਣਾ ਚਾਹੀਦਾ ਕਿ ਉਹ ਸਪੀਸ਼ੀਆਂ ਕਿਸ ਤਰ੍ਹਾਂ ਵਿਚਰਦੀਆਂ, ਉਹ ਕਿੰਨੀਆਂ ਹੈਲਦੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਡਾਈਵਰਸਿਟੀ ਜਿਹੜੀ ਹੈ ਉਹ ਮੇਨਟੇਨ ਹੋਣੀ ਚਾਹੀਦੀ ਹੈ। ਹੁਣ ਖੇਤੀਬਾੜੀ ਦੇ ਵਿੱਚ ਆਪਾਂ ਕਣਕ ਝੋਨੇ ਦੇ ਉੱਤੇ ਹੀ ਜ਼ਿਆਦਾ ਆ ਗਏ ਹਾਂ, ਹੋਰ ਫਸਲਾਂ ਜਿਹੜੀਆਂ ਕਿਸੇ ਵੇਲੇ ਪਹਿਲਾਂ ਹੁੰਦੀਆਂ ਸੀ ਉਹ ਘਟ ਗਈਆਂ, ਡਾਈਵਰਸਿਟੀ ਸਾਡੀ ਘਟ ਗਈ। ਬਾਇਓਡਾਇਵਰਸਿਟੀ ਘਟਣ ਦੇ ਨਾਲ ਵੀ ਨੁਕਸਾਨ ਜਿਹੜੇ ਹੁੰਦੇ ਆ। ਤੇ ਜੇ ਬਾਇਓਡਾਇਵਰਸਿਟੀ ਸਾਡੀ ਜ਼ਿਆਦਾ ਹੈ
ਸਾਡਾ ਈਕੋਸਿਸਟਮ ਜਿਹੜਾ ਹੈ ਉਹ ਬਾਇਓਲੋਜੀਕਲੀ ਰਿਚ ਹੁੰਦਾ ਤੇ ਉਹ ਚੰਗੀ ਗੱਲ ਹੁੰਦੀ ਹੈ। ਕੁਝ ਕੀ ਸਪੀਸ਼ੀਜ਼ ਹੁੰਦੀਆਂ ਔਰ ਜਿਹੜੀਆਂ ਈਕੋਸਿਸਟਮ ਨੂੰ ਬੰਨ੍ਹ ਕੇ ਰੱਖਦੀਆਂ ਔਰ ਉਹਦੇ ਨਾਲ ਦੂਸਰੀਆਂ ਜਿਹੜੀਆਂ ਸਪੀਸ਼ੀਜ਼ ਹੈ ਉਹਨਾਂ ਦੇ ਉੱਤੇ ਵੀ ਪ੍ਰਭਾਵ ਪੈਂਦਾ ਤੇ ਇਸ ਕਰਕੇ ਈਕੋਸਿਸਟਮ ਦੀ ਜਿਹੜੀ ਬਣਤਰ ਹੈ ਉਹ ਬਰਕਰਾਰ ਰਹਿੰਦੀ, ਉਹ 'ਚ ਸਸਟੇਨੇਬਿਲਿਟੀ ਆ ਜਾਂਦੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ ਪ੍ਰੀਡੇਸ਼ਨ ਜਿਹੜੀ ਹੈ, ਪ੍ਰੀਡੇਟਰਸ ਜਿਹੜੇ ਆ ਉਹ ਜਿਹੜੀ ਪਾਪੂਲੇਸ਼ਨ ਨੂੰ ਕੰਟਰੋਲ ਕਰਦੇ ਆ ਔਰ ਬੈਲੈਂਸ ਰਹਿਣਾ ਚਾਹੀਦਾ। ਈਕੋਸਿਸਟਮ 'ਚ ਇੰਜੀਨੀਅਰ ਹੈ, ਜਿੱਦਾਂ ਬੀਵਰਸ ਡੈਮ ਬਣਾਉਂਦੇ ਆ, ਬੀਵਰ ਵਰਲਡ ਹੈਗੇ ਆ, ਇਸ ਤਰ੍ਹਾਂ ਉਹਦੇ ਨਾਲ ਕੀ ਹੁੰਦਾ ਕਿ ਲਾਈਫ ਸਾਡੀ ਜਿਹੜੀ ਗਰੋਥ ਹੈ ਉਹ ਸਟਿਮੂਲੇਸ਼ਨ ਉਹਨੂੰ ਮਿਲਦੀ ਹੈ ਔਰ ਐਕੁਐਟਿਕ ਲਾਈਫ ਵੀ ਪ੍ਰਮੋਟ ਹੁੰਦੀ ਹੈ। ਤੇ ਈਕੋਸਿਸਟਮ ਇੰਜੀਨੀਅਰਿੰਗ ਦਾ ਆਪਣਾ ਰੋਲ ਹੈ, ਮਿਊਚੁਅਲਿਸਟਿਕ, ਇੱਕ ਦੂਸਰੇ ਦਾ ਫਾਇਦਾ ਕਰਨਾ। ਔਰ ਜਿੱਦਾਂ ਸਾਡੀਆਂ ਸ਼ਹਿਦ ਦੀਆਂ ਮੱਖੀਆਂ ਆ, ਉਹ ਇੱਕ ਤਾਂ ਸ਼ਹਿਦ ਬਣਾਉਂਦੀਆਂ, ਇਹਦਾ ਵੱਡਾ ਫਾਇਦਾ ਇਹ ਹੈ ਵੀ ਉਹ ਪੋਲੀਨੇਸ਼ਨ ਕਰਦੀਆਂ, ਝਾੜ ਵੀ ਵਧਾਉਂਦੀਆਂ ਔਰ ਈਕੋਸਿਸਟਮ ਨੂੰ ਬੈਲੈਂਸ ਰੱਖਣ ਦੇ ਵਿੱਚ ਬਹੁਤ ਸਹਾਈ ਹੁੰਦੀਆਂ। ਇਹਨਾਂ ਸਾਰਿਆਂ ਈਕੋਸਿਸਟਮ ਦੀ ਹੈਲਥ ਦੀ ਜਿਹੜੀ ਵੱਡੀ ਗੱਲ ਨੂੰ ਸਮਝਣ ਲਈ ਇੱਕ ਗਾਇਆ ਹਾਈਪੋਥੇਸਿਸ ਸਾਨੂੰ ਗਾਈਡ ਕਰ ਸਕਦੀ ਹੈ। ਗਾਇਆ ਹਾਈਪੋਥੇਸਿਸ ਕੀ ਹੈ ਕਿ ਇਹ ਇੱਕ ਗ੍ਰੀਕ ਦੇ ਵਿੱਚ ਇਸ ਧਰਤੀ ਦਾ ਜਿਹੜੀ ਦੇਵੀ ਹੈ, ਗੋਡੈਸ ਆਫ ਅਰਥ, ਉਸ ਦੇ ਨਾਂ ਦੇ ਉੱਤੇ ਇਹ ਜਿਹੜੀ ਹਾਈਪੋਥੇਸਿਸ ਹੈ। ਔਰ ਇਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਾਡੀ ਜਿਹੜੀ ਧਰਤੀ ਹੈ ਤੇ ਇਹਦੇ ਜਿਹੜੇ ਬਾਇਓਲੋਜੀਕਲ ਸਿਸਟਮ ਹੈ ਉਹ ਇੱਕ ਸਿੰਗਲ ਇੰਟਾਈਟੀ ਦੀ ਤਰ੍ਹਾਂ ਬਿਹੇਵ ਕਰਦੇ ਆ, ਵਿਚਰਦੇ ਆ। ਜਿੱਦਾਂ ਆਪਾਂ ਕਹਿੰਦੇ ਵਾਸੂਦੇਵ ਕੁਟੰਬਕਮ, ਕਿ ਸਾਰਾ ਜਿਹੜਾ ਸੰਸਾਰ ਆ, ਸਾਰਾ ਬ੍ਰਹਮੰਡ ਹੈ, ਸਾਰਾ ਇੱਕ ਪਰਿਵਾਰ ਹੈ। ਇਸੇ ਤਰ੍ਹਾਂ ਹੀ ਇਹ ਜਿਹੜੀ ਇੰਟਾਈਟੀ ਹੈ ਇਹ ਸਾਰੀ ਕਲੋਜ਼ਲੀ ਇੰਟਰਨੈਟ ਹੈ ਔਰ ਕੰਟਰੋਲ ਹੋ ਰਹੀ ਆਪਣੇ ਆਪ ਦੇ ਵਿੱਚ। ਇਹਦੇ ਵਿੱਚ ਸੈਲਫ ਰੈਗੂਲੇਟਰੀ ਜਿਹੜੀਆਂ ਮੈਕੈਨਿਜ਼ਮ ਆਪਰੇਟ ਕਰਦਾ, ਜਿਹੜੀਆਂ ਨੈਗੇਟਿਵ ਫੀਡਬੈਕਸ ਹੈ ਕਿ ਕਿਸ ਤਰ੍ਹਾਂ ਇਹਨੂੰ ਨੁਕਸਾਨ ਹੁੰਦਾ, ਉਹ ਸਾਨੂੰ ਜੇ ਪਤਾ ਲੱਗਦੀਆਂ ਰਹਿਣ ਤਾਂ ਅਸੀਂ ਉਹ ਕੰਡੀਸ਼ਨਸ ਨੂੰ ਸਮਝਦਿਆਂ ਹੋਇਆਂ ਪਲੈਨਟਸ ਵਿੱਚ ਜਿਹੜੀ ਈਕੋਸਿਸਟਮ ਦੀਆਂ ਬਾਉਂਡਰੀਜ਼ ਹੈਗੀਆਂ ਉਹਨੂੰ ਅਸੀਂ ਇੰਟੈਕਟ ਰੱਖ ਸਕਦੇ ਹਾਂ ਔਰ ਸਾਡੀ ਜ਼ਿੰਦਗੀ ਲਈ ਇਹ ਇੱਕ ਸਹਾਈ ਹੋ ਸਕਦੀਆਂ। ਤੇ ਇਸ ਕਰਕੇ ਸਾਰੇ ਜਿਹੜੇ ਜੀਵ ਜੰਤੂ ਆ ਤਾਂ ਉਹਨਾਂ ਦੇ ਜਿਹੜੇ ਇਨਆਰਗੈਨਿਕ ਅਜੈਵਿਕ ਜਿਹੜੇ ਉਹਨਾਂ ਦੇ ਆਲਾ ਦੁਆਲਾ ਆ, ਉਹ ਆਪਸ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸਮਨਵੈ ਉਹਨਾਂ ਦਾ ਹੋਵੇ, ਇੰਟੈਗਰੇਸ਼ਨ ਹੋਵੇ, ਤਾਂ ਕਿ ਉਹ ਇੱਕ ਸਿੰਗਲ ਤੇ ਸੈਲਫ ਰੈਗੂਲੇਟਿੰਗ ਕੰਪਲੈਕਸ ਸਿਸਟਮ ਦੀ ਤਰ੍ਹਾਂ ਉਹ ਵਰਕ ਕਰੇ, ਤਾਂ ਕਿ ਇਸ ਧਰਤੀ ਦੇ ਉੱਤੇ ਇਸ ਸਾਡੇ ਨੀਲੇ ਗ੍ਰਹਿ ਦੀ ਜਿਹੜੀ ਖੂਬਸੂਰਤੀ ਹੈ ਉਸ ਨੂੰ ਬਰਕਰਾਰ ਕਰਨ ਦੇ ਵਿੱਚ ਉਹ ਸਹਾਇਤਾ ਹੋ ਸਕੇ। ਤੇ ਬੈਰੀ ਕੋਮਲਰ ਨੇ ਇੱਕ ਬਹੁਤ ਖੂਬਸੂਰਤ ਕੋਟੇਸ਼ਨ ਇਹ ਦਿੱਤੀ ਸੀ, ਦੀ ਫਸਟ ਲਾ ਆਫ ਇਕੋਲੋਜੀ ਇਜ਼ ਦੈਟ ਇਫ ਐਵਰੀਥਿੰਗ ਇਜ਼ ਰਿਲੇਟਡ ਟੂ ਐਵਰੀਥਿੰਗ ਐਲਸ, ਹਰ ਇੱਕ ਚੀਜ਼ ਜੋ ਵੀ ਇਸ ਸਿਸਟਮ ਦੇ ਵਿੱਚ ਹੈ, ਈਕੋਸਿਸਟਮ ਦੇ ਵਿੱਚ, ਉਹ ਦੂਸਰੇ ਦੇ ਨਾਲ ਜੁੜੀ ਹੋਈ ਹੈ, ਦੂਸਰੇ ਦਾ ਖਿਆਲ ਰੱਖ ਰਹੀ ਹੈ, ਉਹਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਔਰ ਪ੍ਰਭਾਵ ਕਰ ਰਹੀ ਹੈ। ਇਵੈਂਚੁਅਲੀ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਈਕੋਸਿਸਟਮ ਨੂੰ ਡਿਸਟਰੋਏ ਨਾ ਕਰੀਏ। ਜੇ ਈਕੋਸਿਸਟਮ ਡਿਸਟਰੋਏ ਹੋ ਗਿਆ ਤੇ ਆਪਾਂ ਆਪ ਡਿਸਟਰੋਏ ਹੋ ਜਾਵਾਂਗੇ। ਜੋਨਸ ਸਲਕ ਦੀ ਬੜੀ ਵੱਡੀ ਖੂਬਸੂਰਤ ਕੋਟੇਸ਼ਨ ਹੈ ਕਿ ਇਵੈਂਚੁਅਲੀ ਵੀ ਵਿਲ ਰੀਅਲਾਈਜ਼ ਦੈਟ ਇਫ ਵੀ ਡਿਸਟਰੋਏ ਦੀ ਈਕੋਸਿਸਟਮ ਵੀ ਡਿਸਟਰੋਏ ਆਵਰ ਸੈਲਫ। ਗੁਰੂ ਨਾਨਕ ਦੇਵ ਨੇ ਬਹੁਤ ਦੇਰ ਪਹਿਲਾਂ, 500 ਸਾਲ ਪਹਿਲਾਂ, ਇੱਕ ਸਾਰਿਆਂ ਨੂੰ ਆਰਡੇਨ ਕੀਤਾ ਸੀਗਾ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਤੇ ਏਅਰ ਇਜ਼ ਅਵਰ ਗੁਰੂ, ਵਾਟਰ ਇਜ਼ ਅਵਰ ਫਾਦਰ, ਤੇ ਅਰਥ ਇਜ਼ ਅਵਰ ਮਦਰ। ਤੇ ਇਹ ਸਾਨੂੰ ਲਾਈਫ ਦਿੰਦੀਆਂ ਔਰ ਅਸੀਂ ਇਹਨਾਂ ਦੀ ਗੋਦੀ ਦੇ ਵਿੱਚ ਖੇਡਦੇ ਹਾਂ, ਸੌਂਦੇ ਹਾਂ, ਆਨੰਦ ਮਾਣਦੇ ਹਾਂ ਦਿਨ ਰਾਤ। ਤੇ ਆਪਾਂ ਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ, ਇਹਨਾਂ ਨੂੰ ਸੰਭਾਲ ਰੱਖਣੀ ਚਾਹੀਦੀ ਹੈ ਕਿ ਇਸ ਧਰਤੀ ਦੇ ਉੱਤੇ ਇਸ ਟੈਰੇਸਟਰੀਅਲ ਔਰ ਗਲੋਬਲ ਇਕੋਸਿਸਟਮ ਦੇ ਵਿੱਚ ਕੋਈ ਵੀ ਪ੍ਰੈਡੇਟਰ ਜਿਹੜਾ ਹੈ ਐਸਾ ਨਹੀਂ ਹੈ ਜਿਹੜਾ ਇਸ ਨੂੰ ਕਵੇ ਵੀ ਇਹ ਖਤਮ ਹੋ ਜਾਏ, ਜਾਂ ਸਾਡੀ ਹੈਬੀਟੈਟ ਰਹਿਣ ਦੀ ਜਗ੍ਹਾ ਪੋਲਿਊਟ ਹੋ ਜਾਏ, ਜਾਂ ਰਹਿਣ ਦੇ ਕਾਬਲ ਨਾ ਬਣੇ, ਐਕਸੈਪਟ ਹਿਊਮਨਸ। ਬੰਦਾ ਹੀ ਇੱਕ ਐਸਾ ਹੈ ਜਿਸ ਦੀਆਂ ਗਤੀਵਿਧੀਆਂ ਨੇ ਸਾਰੇ ਈਕੋਸਿਸਟਮ ਨੂੰ ਹਾਰਮ ਕੀਤਾ। ਇਸ ਕਰਕੇ ਜ਼ਰੂਰੀ ਬਣ ਜਾਂਦਾ ਕਿ ਲੈਟ ਅਸ ਸਟਾਰਟ, ਆਪਾਂ ਆਪਣੇ ਪਾਰਕਾਂ ਨੂੰ ਬਚਾਈਏ, ਆਪਾਂ ਆਪਣੇ ਕੁਦਰਤੀ ਜਿਹੜੇ ਸੋਮੇ ਹੈਗੇ ਆ ਉਹਨਾਂ ਨੂੰ ਬਚਾਈਏ, ਨੈਚੁਰਲ ਰਿਜ਼ਰਵਸ ਨੂੰ ਬਚਾਈਏ, ਤਾਂ ਕਿ ਆਪਣਾ ਜਿਹੜਾ ਈਕੋਸਿਸਟਮ ਹੈ ਉਹ ਇੱਕ ਸਿਹਤਮੰਦ ਹੋ ਸਕੇ ਔਰ ਸਾਡਾ ਖਿਆਲ ਰੱਖ ਸਕੇ ਔਰ ਅਸੀਂ ਆਪਣੇ ਆਪ ਨੂੰ ਸੋਹਣੇ ਢੰਗ ਦੇ ਨਾਲ ਵਿਚਰ ਸਕੀਏ। ਤਾਂ ਮੈਂ ਸਮਝਦਾ ਕਿ ਇਹ ਜਿਹੜੀਆਂ ਗੱਲਾਂ ਸੀਗੀਆਂ ਕਿ ਈਕੋਸਿਸਟਮ ਨੂੰ ਕਿੱਦਾਂ ਸੰਭਾਲੀਏ, ਕਿੱਦਾਂ ਸਮਝੀਏ, ਕਿੱਦਾਂ ਉਹਦਾ ਖਿਆਲ ਰੱਖੀਏ ਤਾਂ ਕਿ ਉਹ ਸਾਡਾ ਖਿਆਲ ਰੱਖੀਏ, ਸਾਡਾ ਭਵਿੱਖ ਔਰ ਵਰਤਮਾਨ ਜਿਹੜਾ ਉਹ ਸੁਧਰ ਸਕੇ। ਤੇ ਇਹ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫਾਰ ਵਾਚਿੰਗ। Please like, share and subscribe the channel. Don't forget to press the bell button, ਤਾਂ ਕਿ ਅਸੀਂ ਤੁਹਾਨੂੰ ਹੋਰ ਵੀ ਅੱਛੀਆਂ ਵੀਡੀਓਜ਼ ਜਿਹੜੀਆਂ ਲਿਆ ਸਕੀਏ, ਤਾਂ ਕਿ ਈਕੋਸਿਸਟਮ ਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਵਿਸ਼ੇ ਹੈ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰ ਸਕੀਏ, ਤਾਂ ਕਿ ਆਪਾਂ ਆਪਣੀ ਸੋਚ ਨੂੰ ਈਕੋਸਿਸਟਮ ਦੀ ਬਿਹਤਰੀ ਵਾਸਤੇ ਅੱਗੇ ਲਿਆ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ।